ਸਤਿ ਸ਼੍ਰੀ ਅਕਾਲ ਜੀ, ਮੈਂ ਬੱਬੂ ਮਾਨ, ਤੁਸੀਂ ਸੁਣ ਰਹੇ ਹੋ ਪੰਜਾਬ ਰੇਡੀਓ। ਪੰਜਾਬੀ ਦੀ ਆਵਾਜ਼ ਪੰਜਾਬ ਰੇਡੀਓ ਸਕਾਈ ਚੈਨਲ 0130 DAB ਡਿਜੀਟਲ ਰੇਡੀਓ 558 AM ਹਾਜ਼ਰ ਹੋਇਆ ਸੁਰਜੀਤ ਸਿੰਘ ਕਮਲ ਲੈ ਕੇ ਤੁਹਾਡੇ ਅੱਜ ਦਾ ਪ੍ਰੋਗਰਾਮ। ਸਭ ਤੋਂ ਪਹਿਲਾਂ ਤਾਂ ਕਬੂਲ ਕਰੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ, ਫਿੱਟ ਫਾਟ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਧੰਨਵਾਦ ਕਰਦੇ ਜਾਈਏ ਡਾਕਟਰ ਗੁਰਦੀਪ ਸਿੰਘ ਜਗਵੀਰ ਜੀ ਦਾ, ਜਿਨ੍ਹਾਂ ਨੇ ਸਵੇਰ ਦੇ ਪ੍ਰੋਗਰਾਮ ਦੀ ਸੇਵਾ ਨਿਭਾਈ ਅਤੇ ਹੁਣ ਸਾਡੀ ਵਾਰੀ ਆ ਗਈ ਹੈਗੀ ਆ। ਅਤੇ ਉਸ ਤੋਂ ਪਹਿਲਾਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਸਵੇਰੇ ਸਟੈਂਡਿੰਗ ਆਰਡਰ ਕਰਾਏ। ਤੋਂ ਅੱਜ ਦਾ ਅਤੇ ਕੱਲ੍ਹ ਦੇ ਜਿਹੜੇ ਬਕਾਇਆ ਉਹ 26 ਰਹਿ ਗਏ ਸੀਗੇ, ਲੇਕਿਨ ਲੰਡਨ ਤੋਂ ਸਾਡੇ ਅਜੈਬ ਸਿੰਘ ਬਾੜਾ ਉਹਨਾਂ ਨੇ ਇੱਕ ਕਰਵਾ ਕੇ ਅਤੇ ਹੁਣ 25 'ਚ ਆ ਗਏ ਹੈਗੇ ਆ। ਠੀਕ ਹੈ ਜੀ, ਸੋ ਆਪਾਂ ਦੇਖਦੇ ਹਾਂ ਕਿ ਅੱਜ ਕਿੰਨੇ ਕੁ ਕਰਦੇ ਹੈਗੇ ਹਾਂ ਪੂਰੇ 2 ਵਜੇ ਤੱਕ। ਸਵੇਰੇ ਗੱਲ ਚੱਲੀ ਸੀਗੀ, ਕੱਲ੍ਹ ਦੁਪਹਿਰੇ ਵੀ ਗੱਲ ਚੱਲੀ ਸੀਗੀ, ਅਤੇ ਰੌਲਾ ਬਾਅਦ ਵਿੱਚ ਇਹ ਪਿਆ ਸੀਗਾ ਕਿ ਜਿਹੜਾ ਆਪਣੇ ਸਟੇਟਲੈਸ ਦਾ ਕੇਸ ਹੈਗਾ ਉਹਦੇ 'ਤੇ ਜਿਹੜੀ ਗੌਰਮੈਂਟ ਰੋਕ ਲਾਉਣ ਜਾ ਰਹੀ ਹੈਗੀ ਆ, ਕੰਸਲਟੇਸ਼ਨ ਚੱਲ ਰਿਹਾ ਹੈਗਾ। ਅਤੇ ਗੁਰਪਾਲ ਸਿੰਘ ਅੱਜ ਲਾਈਨ 'ਤੇ ਨੇ, ਆਪ ਖੁਦ ਨਹੀਂ ਆਏ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਨਾਲ ਸਾਰੇ ਪੰਜਾਬ ਦੇ ਸਰੋਤੇ ਜਿੱਥੇ ਹੋਣਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਅਤੇ ਅੱਜ ਤੇਲ ਬਚਾ ਲਿਆ ਫਿਰ? ਤੇਲ ਬਚਾ ਲਿਆ ਜੀ, ਤੇਲ ਬਚਾ ਲਿਆ। ਐਕਚੁਅਲੀ ਨਾ ਤੇਲ ਤਾਂ ਨਹੀਂ ਬਚਾਇਆ, ਗੱਲ ਤਾਂ ਆਪਾਂ ਕੱਲ੍ਹ ਵੀ ਸ਼ੁਰੂ ਕੀਤੀ ਸੀ, ਪਰ ਓਬਵੀਅਸਲੀ ਉਸ ਵਕਤ ਲੋਕਾਂ ਨੇ ਸ਼ਾਇਦ ਅਹਿਸਾਸ ਨਹੀਂ ਜਿਹੜੀ ਗੱਲ ਮੈਂ ਕੀਤੀ ਸੀ ਤੇ ਕਿਉਂ ਕੀਤੀ ਸੀ। ਤਾਂ ਉਹ ਕਿ ਵੀ ਹੁੰਦਾ ਨਾ, ਹੌਲੀ ਹੌਲੀ ਉਹਦਾ ਅਸਰ ਚੜ੍ਹਦਾ ਆ, ਤਾਂ ਜਦੋਂ ਚੜ੍ਹਦਾ ਤਾਂ ਫਿਰ ਪਤਾ ਲੱਗਦਾ ਕਿਸੇ ਨੂੰ ਕਿੰਨਾ ਕੁ ਨੁਕਸਾਨ ਹੈਗਾ ਜਾਂ ਨਹੀਂ ਹੈਗਾ। ਨਹੀਂ ਹਾਂ, ਰੋਟੀ ਖਾਂਦੇ ਹਾਂ ਤਾਂ ਉਸ ਵੇਲੇ ਥੋੜ੍ਹਾ ਹਜ਼ਮ ਹੋ ਜਾਂਦੀ ਆ, ਟਾਈਮ ਲੱਗਦਾ ਨਾ। ਹਾਂ ਟਾਈਮ ਲੱਗਦਾ ਨਾ ਹਜ਼ਮ ਹੋਣ ਨੂੰ। ਸੋ ਕੱਲ੍ਹ ਦਾ ਬਹੁਤ ਹੀ ਚੱਕਰ ਪਿਆ ਹੈਗਾ। ਓਕੇ ਭਾਜੀ, ਪਹਿਲੀ ਤਾਂ ਗੱਲ ਹੈਗਾ ਇਹਨੀ ਅਜੇ ਕੰਸਲਟੇਸ਼ਨ ਸ਼ੁਰੂ ਕੀਤਾ ਹੈਗਾ ਜੀ, ਕਾਨੂੰਨ ਬਣਿਆ ਨਹੀਂ ਹੈ। ਹਾਂ, ਅਜੇ ਕਾਨੂੰਨ ਬਣਿਆ ਨਹੀਂ ਗਾ। ਕਿ ਅੱਜ ਸਵੇਰੇ ਵੀ ਟੈਲੀਫੋਨ ਆਏ ਸੀਗੇ ਕਿ ਜੀ ਸਾਡਾ ਕੇਸ ਲੱਗਾ ਆ ਅਤੇ ਉਹਦੇ ਨਾਲ ਤਿੰਨੇ ਕੋ ਹੋਊਗੀ ਜਾਂ ਮਈ ਦੇ ਵਿੱਚ ਕੇਸ ਲਾਉਣਾ ਹੈਗਾ। ਸੋ ਉਹਨਾਂ ਨੂੰ ਅਸੀਂ ਸਵੇਰੇ ਇਹੀ ਕਿਹਾ ਸੀ ਅਜੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ। ਪਰ ਇੱਕ ਜਿਹੜੀ ਪ੍ਰੋਬਲਮ ਹੈ ਨਾ, ਜਿਹੜੀ ਉਹਨਾਂ ਦੀ ਵਰਡਿੰਗ PDF ਉਹ ਜਿਹੜਾ ਲਿੰਕ ਆ, ਮੈਂ ਪੰਜਾਬ ਦੇ ਫੇਸਬੁੱਕ 'ਤੇ ਵੀ ਪਾਇਆ ਹੈਗਾ, ਜਿਹੜੀ ਵਰਿੰਗ ਵਾਲੀ ਚੀਜ਼ ਹੈ ਨਾ, ਇੱਕ ਪਾਸੇ ਤਾਂ ਉਹ ਕਹਿੰਦੇ ਕਿ ਕੰਸਲਟੇਸ਼ਨ ਹੈ ਜਿਹੜਾ ਕਿ ਮੇਰੇ ਖਿਆਲ 12 ਮਈ ਨੂੰ ਮੁੱਕਣਾ ਹੈਗਾ। ਠੀਕ ਹੈ। ਦੂਸਰੇ ਪਾਸੇ ਉਹ ਕਹਿੰਦੇ ਕਿ we will now stop this route from being abused by tightening the requirements and actions parents are required, blah blah blah। ਹੁਣ ਇੱਕ ਪਾਸੇ ਤਾਂ ਕਹਿੰਦੇ ਕੰਸਲਟੇਸ਼ਨ, ਦੂਸਰੇ ਪਾਸੇ ਇਹ ਕਹਿੰਦੇ ਕਿ we will। ਸੋ ਇਹਦਾ ਮਤਲਬ ਕਿ ਕੰਸਲਟੇਸ਼ਨ ਕਰਨ ਦੀ ਲੋੜ ਕੀ ਹੈਗੀ ਆ ਜੇ ਨਹੀਂ ਫੈਸਲਾ ਕਰ ਹੀ ਲਿਆ ਹੈਗਾ। ਭਾਜੀ ਕਾਨੂੰਨ ਬਣਨ ਤੋਂ ਪਹਿਲਾਂ ਨਾ ਇੱਥੇ ਡਿਬੇਟਾਂ ਹੁੰਦੀਆਂ ਹੈਗੀਆਂ, ਹਨਾ, ਉਹਦੀ ਖੋਜ ਹੁੰਦੀ ਹੈਗੀ। ਆਪਾਂ ਅੱਗੇ ਬ੍ਰੈਕਸਿਟ ਵੀ ਦੇਖ ਲਈਏ, ਬ੍ਰੈਕਸਿਟ ਦੀ ਵੋਟ ਤਾਂ ਆਪਾਂ ਪਾਤੀ ਸੀ, ਪਰ ਦੇਖ ਲਓ ਕਿੰਨਾ ਚਿਰ ਲੱਗਾ ਸੀ ਬ੍ਰੈਕਸਿਟ ਦਾ ਕਾਨੂੰਨ ਬਣਨ ਵਾਸਤੇ। ਤਕਰੀਬਨ ਆਪਾਂ ਪਿਛਲੇ ਮਾਰਚ ਤੇ ਜਾ ਕੇ ਫਾਈਨਲੀ ਟਰੀਸਾ ਮੇ ਵੀ ਨਿਕਲ ਗਈ ਸੀ, ਜੌਨ ਬੋਰਿਸ ਦਾ ਮੌਕਾ ਮਿਲਿਆ ਫਿਰ ਆਉਣ ਵਾਸਤੇ। ਫਿਰ ਜਾ ਕੇ ਜੋ ਨੈਗੋਸ਼ੀਏਸ਼ਨ ਸੀ ਫਿਰ ਪਾਸ ਹੋਈਆਂ ਸੀ ਪਾਰਲੀਮੈਂਟ ਦੇ ਵਿੱਚ, ਫਿਰ ਹੋਈਆਂ ਸੀ ਅੱਗੇ ਜਾ ਕੇ ਹਾਊਸ ਆਫ ਲੋਜ਼, ਫਿਰ ਜਾ ਕੇ ਕਾਨੂੰਨ ਬਣਿਆ ਸੀ। ਸੋ ਇੱਥੋਂ ਰਾਤੋਂ ਰਾਤ ਕਿ ਸਰਕਾਰ ਨੇ ਕੁਛ ਕਹਿਤਾ, ਇਹ ਨਹੀਂ ਮਤਲਬ ਕਾਨੂੰਨ ਬਣ ਗਿਆ। ਸੋ ਹੁਣ ਹੋਇਆ ਕੀ ਹੈਗਾ ਆ, ਕੰਸਲਟੇਸ਼ਨ ਆ ਚੁੱਕੀ ਹੈ ਤੇ ਕੰਸਲਟੇਸ਼ਨ ਦਾ ਜੋ ਪੇਪਰ ਵੀ ਆਇਆ ਹੈਗਾ ਭਾਜੀ, ਸਾਰੇ ਇਮੀਗ੍ਰੇਸ਼ਨ, ਮੈਂ ਕੱਲ ਵੀ ਗੱਲ ਕੀਤੀ ਸੀ, ਇਹ ਸਭ ਤੋਂ ਬਿਗੇਸਟ ਓਵਰਹੋਲ ਆਫ ਦੀ ਇਮੀਗ੍ਰੇਸ਼ਨ ਸਿਸਟਮ ਹੈਗੀ ਹੈ PTL ਨੇ ਜੋ ਕੀਤਾ ਹੈਗਾ। ਤਾਂ ਹੁਣ 6 ਹਫ਼ਤੇ ਦਾ ਮੌਕਾ ਹੈਗਾ ਜਿਹਦੇ ਵਿੱਚ ਲੋਕਾਂ ਨੂੰ, ਸਰਕਾਰ ਵੱਲੋਂ, ਪ੍ਰੋਫੈਸ਼ਨਲ ਬੰਦਿਆਂ ਨੂੰ, ਪਬਲਿਕ ਨੂੰ ਵੀ ਇੱਕ ਮੌਕਾ ਮਿਲਣਾ ਹੈਗਾ ਮੁੜੇ ਜਾ ਕੇ ਆਪਣੇ ਵਿਚਾਰ ਦੇਣ ਵਾਸਤੇ। ਤੇ ਜਿਹੜੀ ਤੁਸੀਂ ਲਿੰਕ ਦਿੱਤੀ ਭਾਜੀ, ਉਹ 'ਚ ਦੇਖੋ 'ਚ ਸਾਫ਼ ਲਿਖਿਆ ਹੈਗਾ 24 ਮਾਰਚ ਤੋਂ ਬਾਅਦ 6 ਹਫ਼ਤੇ ਹੈਗੇ ਮੌਕੇ ਲੋਕਾਂ ਨੇ ਆਪਣੇ ਵਿਚਾਰ ਦੇਣ ਵਾਸਤੇ। ਤੇ ਭਾਜੀ ਇਹ ਦੇਖੀ ਇਹਨਾਂ ਨੇ ਇਹ ਕਾਨੂੰਨ ਕਿਉਂ ਚੇਂਜ ਕੀਤੇ ਆ, ਕਹਿੰਦੇ ਤਾਂ ਇੱਕ ਚੀਜ਼ ਕਹਿੰਦੇ ਇਹਨੂੰ ਫੇਅਰ ਤੇ ਐਫੀਸ਼ੀਐਂਟ ਬਣਾਉਣਾ। ਨੰਬਰ 2 ਕਹਿੰਦੇ ਜੋ ਗਲਤ ਢੰਗ ਨਾਲ ਲੋਕ UK ਆਉਂਦੇ ਹੈਗੇ ਆ ਉਹਨਾਂ ਨੂੰ ਰੋਕਣ ਵਾਸਤੇ। ਤਾਂ ਨਾਲ ਦੀ ਨਾਲ ਇਹਨਾਂ ਨੇ ਸੌਖਾ ਕਰਨਾ ਚਾਹੁੰਦੇ ਹੈਗੇ ਲੋਕਾਂ ਨੂੰ ਅੱਗੇ ਜੋ ਨਹੀਂ ਇੱਥੇ ਰਹਿਣ ਦਾ ਹੱਕ ਹੈਗਾ ਵਾਪਸ ਜਾਣ ਵਾਸਤੇ। ਸੋ ਅੱਗੇ ਆਪਾਂ ਹੁਣ ਦੇਖੀਏ ਸਟੇਟਲੈਸ ਦੀ ਗੱਲ। ਹੁਣ ਸਟੇਟਲੈਸ ਦੇ ਬੇਸ ਦੇ ਉੱਪਰ ਹੁਣ ਹੋਇਆ ਕੀ ਹੈਗਾ, ਪਹਿਲੂ ਤਾਂ ਐਪਲੀਕੇਸ਼ਨ ਮਸੀਂ ਸਾਲ ਦੇ ਤਕਰੀਬਨ 10 ਹੁੰਦੇ ਸੀ, ਜਿਹਦੀ ਗਿਣਤੀ 2015 'ਚ ਸੀ। ਉਹਦੇ ਵਿੱਚ ਵਿਚਾਲੇ ਕਿਸੇ ਨੇ ਪੰਗਾ ਲੈ ਲਿਆ ਸਰਕਾਰ ਦੇ ਨਾਲ, ਸਟੇਟਲੈਸ ਕੇਸ ਲੈ ਗਏ ਸੀ ਹਾਈ ਕੋਰਟ ਤੱਕ। ਤਾਂ ਕੇਸ ਜਿੱਤਣ ਦੇ ਬਾਅਦ 'ਚ ਹੁਣ ਹਜ਼ਾਰਾਂ ਦੇ ਹਿਸਾਬ ਨਾਲ ਹਰ ਇੱਕ ਸਾਲ ਬੱਚਿਆਂ ਦੀ ਸਟੇਟਲੈਸ ਦੀਆਂ ਐਪਲੀਕੇਸ਼ਨ ਦੀ ਮਨਜ਼ੂਰੀ ਹੁੰਦੀਆਂ ਹੈਗੀਆਂ। ਉਹ ਵਕੀਲ ਤੇ ਨਹੀਂ ਸੀਗਾ ਉਹ ਜਿਹੜਾ ਕੰਮ ਨਹੀਂ ਲੋਕਾਂ ਦੇ ਕਰਦਾ, ਨਾ ਉਹਦਾ ਗੁਰਪਾਲ ਆ ਮੈਂ ਕਿਹਾ, ਜੋ ਰੇਡੀਓ ਤੇ ਆ ਕੇ ਰੌਲਾ ਪਾਉਂਦਾ ਹੈਗਾ, ਉਹੀ ਸੀਗਾ। ਠੀਕ ਹੈ। ਹੁਣ ਭਾਜੀ ਇਹ ਦੇਖਿਆ ਜਾਏ ਕਾਨੂੰਨ ਸਟੇਟਲੈਸ ਹੈ ਕੀ ਹੈ ਤਾਂ ਕਿਹਨਾਂ ਲਈ ਸੀ?
ਸਟੇਟਲੈਸ ਕਾਨੂੰਨ ਉਸ ਬੱਚਿਆਂ ਲਈ ਸੀ ਜਿਹੜੇ ਵਾਪਸ ਆਪਣੇ ਮੁਲਕ 'ਚ ਜਾਂ ਆਪਣੇ ਮਾਪਿਆਂ ਦੇ ਮੁਲਕ 'ਚ ਨਹੀਂ ਜਾ ਸਕਦੇ ਸੀ। ਉਸ ਮੁਲਕ ਦੀ ਸ਼ਾਇਦ ਸਰਕਾਰ ਨਹੀਂ ਹੈਗੀ ਸੀ, ਇੱਥੇ ਆ ਕੇ ਇੱਥੇ ਦੀ ਕਾਉਂਸਲ ਸਰਵਿਸਿਜ਼ ਹੈਗੀ ਉਹ ਉੱਥੇ ਕਾਗਜ਼ ਨਹੀਂ ਦਿੰਦੇ ਸੀ। ਤਾਂ ਭਾਜੀ ਮੈਂ ਜਦੋਂ ਕੇਸ ਜਿੱਤਿਆ ਵੀ ਸੀ, ਜਿਹਦੀ ਮੈਂ ਤਿਆਰੀ ਵੀ ਕੀਤੀ ਸੀ, ਮੈਂ ਪਹਿਲਾਂ ਤਾਂ ਕੋਸ਼ਿਸ਼ ਕੀਤੀ ਸੀ ਇੰਡੀਅਨ ਹਾਈ ਕਮਿਸ਼ਨ ਤੋਂ ਬੱਚਿਆਂ ਦੇ ਪਾਸਪੋਰਟ ਬਣਾਉਣ ਲਈ, ਬੱਚਿਆਂ ਦੇ ਕਾਗਜ਼ ਕਢਾਉਣ ਲਈ। ਫਿਰ ਮੈਂ ਖੋਜ ਕੀਤੀ ਸੀ ਇੰਡੀਅਨ ਕਾਨੂੰਨ ਕੀ ਕਹਿੰਦਾ, ਤੇ ਕਾਨੂੰਨ ਇਹ ਕਹਿੰਦਾ ਸੀ ਬੱਚੇ ਜੋ ਬਾਹਰਲੇ ਮੁਲਕ 'ਚ ਜਿਹਨਾਂ ਜਨਮ ਹੁੰਦਾ ਹੈਗਾ ਉਹਨੂੰ ਪਹਿਲੇ ਸਾਲ ਦੇ ਵਿੱਚ ਰਜਿਸਟ੍ਰੇਸ਼ਨ ਬੱਚਿਆਂ ਦੀ ਕਰਨੀ ਚਾਹੀਦੀ ਹੈਗੀ ਹੈ, ਤੇ ਕਿ ਨਹੀਂ ਕਰੂਗੇ ਤਾਂ ਉਹਦੇ ਬਾਅਦ 'ਚ ਉਹਨੂੰ ਫਿਰ ਅੱਗੇ ਖੋਜ ਕਰਾ ਕੇ ਫਿਰ ਕਰਨੀ ਪੈਂਦੀ, ਪਰ ਕਰ ਸਕਦੇ ਹਾਂ। ਤਾਂ ਨਤੀਜਾ ਜੋ ਜੱਜ ਓਕਲਟਨ ਨੇ ਕੱਢਿਆ ਸੀ ਤੇ ਸੁਣਾਈ ਸਾਡੀ ਹੋਈ ਸੀ, ਹੁਣ ਤਕਰੀਬਨ 3 ਸਾਲ ਪਿੱਛੇ ਸੀ, 28 ਫਰਵਰੀ ਨੂੰ ਸੀ। ਉਹਨੇ ਇਹ ਕਿਹਾ ਸੀ ਹਾਂ ਇਹ ਗੱਲ ਸਹੀ ਹੈ ਕਿ ਬੱਚੇ ਦਾ ਪਾਸਪੋਰਟ ਨਹੀਂ ਬਣਿਆ ਹੈਗਾ ਤਾਂ ਉਹ ਉਸ ਵਕਤ ਸਟੇਟਲੈਸ ਹੋ ਗਿਆ ਜਦੋਂ ਤੱਕ ਪਾਸਪੋਰਟ ਬਣਦਾ ਨਹੀਂ। ਪਰ ਨਾਲ ਦੀ ਨਾਲ ਜੱਜ ਓਕਲਟਨ ਨੇ ਉਂਗਲ ਚੱਕ ਕੇ ਇਹ ਵੀ ਕਿਹਾ ਸੀ ਸਾਰੇ ਮਾਪਿਆਂ ਦੀ ਗਲਤੀ ਆ ਬੱਚੇ ਨੇ ਪਾਸਪੋਰਟ ਨਾ ਬਣਾਉਣ ਦੇ ਵਿੱਚ, ਬਿਕਾਜ਼ ਮਾਪੇ ਦਾ ਫਰਜ਼ ਬਣਦਾ ਬੱਚੇ ਦੇ ਨਾਲ ਦੀ ਨਾਲ ਕਾਗਜ਼ ਪੂਰੇ ਰੱਖਣ ਵਾਸਤੇ ਲਈ। ਸੋ ਹੁਣ ਇਹ ਗੱਲ ਤਾਂ ਹੈ ਨਹੀਂ ਜੋ ਬੱਚੇ ਦਾ ਪਾਸਪੋਰਟ ਬਣਦਾ ਨਹੀਂ ਹੈਗਾ, ਤਾਂ ਹੁਣ ਹੋ ਕੀ ਰਿਹਾ ਹੈਗਾ, ਲੋਕ ਜਾਣ ਕੇ ਨਹੀਂ ਪਾਸਪੋਰਟ ਬਣਾਉਂਦੇ ਹੈਗੇ ਬਿਕਾਜ਼ ਇਹ ਕਾਨੂੰਨ ਦਾ ਫਾਇਦਾ ਉਠਾਉਣ ਵਾਸਤੇ। ਤਾਂ ਹਲੇ ਤੱਕ ਇਹ ਕਾਨੂੰਨ ਜੋ ਬਣਿਆ ਸੀ ਇਹ ਆਪਣੇ ਇੰਡੀਅਨਸ ਲਈ ਨਹੀਂ ਬਣਿਆ ਸੀ, ਬਿਕਾਜ਼ ਜ਼ਿਕਰ ਤਾਂ ਕੀਤਾ ਨਹੀਂ ਹੈਗਾ ਇੰਡੀਅਨ ਲਈ, ਇਹ ਤਾਂ ਸਾਰਿਆਂ ਲਈ ਸੀਗਾ ਨਾ, ਹੈ ਤਾਂ ਸਾਰਿਆਂ ਲਈ ਸੀ। ਪਰ ਇਹਦਾ ਜੋ ਹੁਣ ਲਿਖਿਆ ਵਰਡਿੰਗ ਉਹਨੇ ਕਿਹਾ ਇਹ ਲੂਪ ਹੋਲ ਬੰਦ ਕਰਨ ਲੱਗਿਆ ਬਿਕਾਜ਼ ਇਹਦਾ ਅਬਿਊਜ਼ ਹੋ ਰਿਹਾ। ਲੂਪ ਹੋਲ ਦਾ ਮਤਲਬ ਹੈਗਾ ਜੁਗਾੜ ਕਹਿ ਲਓ, ਜੋ ਵੀ ਤੁਸੀਂ ਕਹਿ ਲਓ ਪੰਜਾਬੀ ਦੇ ਵਿੱਚ, ਹਨਾ, ਲੋਕ ਜੁਗਾੜ ਲਾ ਕੇ ਆਪਣੇ ਬੱਚਿਆਂ ਦੇ ਪਾਸਪੋਰਟ ਬਣਾ ਰਹੇ ਹੈਗੇ। ਤਾਂ ਇੱਕ ਵਾਰੀ ਪਾਸਪੋਰਟ ਬਣ ਗਿਆ ਤਾਂ ਉਹਦੇ ਬਾਅਦ ਫਿਰ ਮਾਪੇ ਪੱਕੇ ਹੋਏ ਨੇ। ਸੋ ਇੱਕ ਕਿਸਮ ਹੈ ਤੱਕ ਐਮਨੈਸਟੀ ਆ ਜਿਹਦੀ ਮੈਂ ਆਪਾਂ ਕੱਲ ਵੀ ਗੱਲ ਕਰਦੇ ਸੀ। ਬੇਸ਼ੱਕ ਬੋਰਿਸ ਜੌਨਸਨ ਕਹੂਗਾ ਪਰ ਯੂਕੇ ਦੀ ਪਾਲਿਸੀ, ਸਰਕਾਰ ਦੀ ਪਾਲਿਸੀ ਨਹੀਂ ਹੈਗੀ ਤੇ ਲੋਕਾਂ ਨੂੰ ਪੱਕੇ ਕਰਨ ਵਾਸਤੇ ਲਈ, ਐਮਨੈਸਟੀ ਦੇਣ ਵਾਸਤੇ ਲਈ। ਤਾਂ ਉਹਦੇ ਹਿਸਾਬ ਲਈ ਕਹਿੰਦੇ ਇਹ ਅਬਿਊਜ਼ ਜੋ ਹੈਗਾ ਇਹਨੂੰ ਟਾਈਟ ਕਰਨ ਲੱਗੇ ਹੈਗੇ ਆ। ਸੋ ਪੇਰੈਂਟਸ ਇਸ ਬੇਸਿਸ ਦੇ ਉੱਪਰ ਉਹਦਾ ਅਬਿਊਜ਼ ਦਾ ਫਾਇਦਾ ਨਾ ਉਠਾਵੇ। ਜਾਣੀ ਕਿ ਧੂੰਆਂ ਕੱਢ ਦਿੱਤਾ ਫੜ ਕੇ। ਭਾਜੀ ਦੇਖੋ ਮੈਂ ਫਿਰ ਕਹਿ ਦਿੰਦਾ ਅੱਜ ਵੀ ਹੈ ਨਾ ਲੋਕ ਇੰਡੀਆ 'ਚ ਏਜੰਟ ਕਹਿ ਰਿਹਾ ਯੂਕੇ ਜਾਓ, ਜਾ ਕੇ ਬੇਬੀ ਬਣਾਓ, ਬੇਬੀ ਬਣਾਉਣ ਦੇ ਬਾਅਦ 'ਚ 5 ਸਾਲ ਕੱਚੇ ਰਹਿ ਲਓ, ਫਿਰ ਜਾ ਕੇ ਤੁਸੀਂ ਆਪਣੀ PR ਬਣਾ ਸਕਦੇ। ਸੋ ਇਹ ਅਬਿਊਜ਼ ਨਹੀਂ ਭਾਜੀ ਹੈਗਾ ਤਾਂ ਹੋਰ ਕੀ ਹੈਗਾ। ਉਸ ਵਕਤ ਵੀ ਜਦੋਂ ਮੈਂ ਕੇਸ ਕੀਤਾ ਸੀ ਮੈਂ ਤਾਂ ਕੇਸ ਕੀਤਾ ਸੀ ਬਿਕਾਜ਼ ਉਸ ਵਕਤ ਸਰਕਾਰ, ਇੰਡੀਅਨ ਸਰਕਾਰ ਨਹੀਂ ਕਾਗਜ਼ ਦੇ ਰਹੀ ਸੀ। ਸਾਡੇ ਇੱਥੇ ਜੋ ਅੱਗੇ ਫੈਮਲੀਆਂ ਸੀ ਉਹ ਨਾ ਆਪਣੀ ਐਪਲੀਕੇਸ਼ਨ ਅਪਲਾਈ ਕਰਨ ਜੋਗੇ ਸੀ ਬਿਕਾਜ਼ ਅੱਗੇ ਪਾਸਪੋਰਟ ਨਹੀਂ ਬਣਦਾ ਹੈਗਾ ਤਾਂ ਐਪਲੀਕੇਸ਼ਨ ਨਹੀਂ ਪਾ ਸਕਦੇ ਬੱਚੇ, ਉੱਦਾਂ ਉਹਨਾਂ ਦੇ ਕਾਗਜ਼ ਨਹੀਂ ਮਿਲਦੇ ਸੀ। ਸੋ ਉਸ ਵਕਤ ਇੱਕ ਰਸਤਾ ਸੀ ਜਿਹਦੇ ਵਿੱਚ ਸਰਕਾਰ ਵੀ ਨਹੀਂ ਹੈਲਪ ਕਰਦੀ ਸੀ ਬਿਕਾਜ਼ ਹੋਮ ਆਫਿਸ ਐਕਸੈਪਟ ਨਹੀਂ ਕਰਦੀ ਸੀ, ਨਾ ਇੰਡੀਅਨ ਹਾਈ ਕਮਿਸ਼ਨ ਕਾਗਜ਼ ਦੇ ਰਹੀ। ਪਰ ਹੁਣ ਤਾਂ ਸਭ ਕੁਝ ਦੇ ਰਹੀ ਹੈ। ਤਾਂ ਇਹ ਵੀ ਦੇਖੀਏ ਭਾਜੀ ਜਦੋਂ ਕੱਲ ਕਾਗਜ਼ ਕਿਸੇ ਦੇ ਮਿਲ ਵੀ ਜਾਂਦੇ ਹੈਗੇ ਆ, ਮਾਪੇ ਕੀ ਕਰਦੇ ਆ, ਟਿਕਟਾਂ ਲੈ ਕੇ ਸਿੱਧਾ ਪਿੰਡਿਆ ਜਾਈਦਾ, ਜਿਹਦੇ ਵਾਸਤੇ ਆਪਾਂ ਕਹਿੰਦੇ ਆਪਾਂ ਨਹੀਂ ਪਲੋ ਜਾ ਸਕਦੇ, ਜਿਹਦੇ ਵਾਸਤੇ ਕਹਿੰਦੇ ਸਾਨੂੰ ਨਹੀਂ ਚੀਜ਼ਾਂ ਮਿਲਦੀਆਂ ਹੈਗੀਆਂ। ਸੋ ਭਾਜੀ ਲਿਟਰਲੀ ਮੈਂ ਅਬਿਊਜ਼ ਹੀ ਕਹੂੰਗਾ, ਇਹ ਲੋਕਾਂ ਨੇ ਇੰਨਾ ਫਾਇਦਾ ਹਟਾ ਚੁੱਕੇ ਹੈਗੇ ਆ ਸਟੇਟਲੈਸ ਦਾ। ਕਈ ਚੰਗੇ ਕਹੋਗੇ, ਕਈ ਮਾੜੇ ਕਹੋਗੇ। ਕਈ ਵੀ ਕਈ ਨੂੰ ਚੰਗੀ ਗੱਲ ਲੱਗੀ ਸੀ, ਕਿ ਬੁਰੀ ਵੀ ਗੱਲ ਲੱਗੀ ਆ। ਅਸਲੀਅਤ ਹੈਗਾ। ਗੁਰਪਾਲ ਛੋਟੀ ਜਿਹੀ ਬ੍ਰੇਕ ਤੇ ਲਾਈਨ ਤੇ ਰਹੋ, ਠੀਕ ਹੈ। ਤੁਸੀਂ ਸੁਣਦੇ ਜੀ ਜਿਹੜੀ ਅਪਡੇਟ ਹੈਗੀ ਆ ਸਟੇਟਲੈਸ ਜਿਹੜੇ ਕੇਸ ਹੈਗੇ ਆ, ਜਿਹੜੀ ਕੱਲ ਪਰਸੋਂ ਕੰਸਲਟੇਸ਼ਨ ਸ਼ੁਰੂ ਹੋਈ ਹੈਗੀ ਹੈ ਪੰਜਾਬ ਦੀ ਜਿਹੜਾ ਫੇਸਬੁੱਕ ਪੇਜ ਹੈਗਾ ਉਹਦੇ 'ਤੇ ਹੈਗਾ, ਅਤੇ ਤੁਸੀਂ ਵੀ ਉਹਦੇ 'ਤੇ ਆਪਣਾ ਜਿਹੜੀ ਰਾਏ ਦੇ ਸਕਦੇ ਹੈਗੇ ਆ। ਪਰ ਉਹਦੇ ਵਿੱਚ ਇਹ ਆ ਅਜੇ ਤੱਕ ਕੰਸਲਟੇਸ਼ਨ ਮੰਗੀ ਹੈਗੀ ਆ, ਪਰ ਉਹਨਾਂ ਨੇ ਸਾਫ਼ ਉਹਦੇ 'ਤੇ ਜਿਹੜਾ PDF ਲਾਸਟ ਉੱਥੇ ਡਾਕੂਮੈਂਟ ਹੈਗਾ ਉਹਦੇ 'ਤੇ ਉਹਨੇ ਲਿਖਿਆ ਕਿ we will now stop this route from being abused by tightening the requirements and action parents are required to follow before their children are able to benefit from stateless provisions. Break ਤੋਂ ਬਾਅਦ ਮਿਲਦੇ ਹਾਂ ਜੀ। News, views and great Punjabi music. This is Punjab Radio on 558 AM. ਤੁਸੀਂ ਸੁਣ ਰਹੇ ਹੋ ਪੰਜਾਬ ਰੇਡੀਓ। ਵੈਲਕਮ ਬੈਕ ਜੀ ਪੰਜਾਬੀਆਂ ਦੀ ਆਵਾਜ਼ ਪੰਜਾਬ ਰੇਡੀਓ ਤੇ ਗੁਰਪਾਲ ਵੀ ਮੇਰੇ ਨਾਲ ਹਾਜ਼ਰ ਨੇ। ਹਾਂਜੀ ਭਾਜੀ। ਜੀ ਹਾਂਜੀ। ਓਕੇ, ਤੁਸੀਂ ਬ੍ਰੇਕ ਤੋਂ ਪਹਿਲਾਂ ਨਾ ਗੱਲ ਕੀਤੀ ਸੀਗੀ ਜੀ ਕਿ ਸਾਲ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ। ਹਾਂਜੀ। ਤੇ ਹੁਣ ਫਰਜ਼ ਕਰ ਲਓ ਕਿਸੇ ਦਾ ਬੱਚਾ 2 ਸਾਲ ਦਾ ਆ। ਹਾਂਜੀ। ਠੀਕ ਆ, ਤੇ ਉਹਨੇ ਪਹਿਲੇ ਸਾਲ ਰਜਿਸਟ੍ਰੇਸ਼ਨ ਨਹੀਂ ਕਰਾਈ ਜੀ, ਉਹਨਾਂ ਦਾ ਕੀ ਹੋਊਗਾ? ਭਾਜੀ ਹੁਣ ਮੇਰਾ ਪਹਿਲਾ ਸਵਾਲ ਤੇ ਮੈਨੂੰ ਬਹੁਤ ਫੋਨ ਕਾਲਸ ਆ ਰਹੇ ਆ ਭਾਜੀ, ਸਾਡੇ ਕੋਲ ਅਭੀ ਸਾਲ ਹੋ ਗਿਆ, 2 ਸਾਲ 3 ਸਾਲ ਦਾ ਬੱਚਾ ਹੋਇਆ, ਆਪਾਂ ਕੀ ਕਰੀਏ? ਮੈਂ ਹੁਣ ਲੋਕਾਂ ਨੂੰ ਪਹਿਲਾਂ ਇਹ ਸਵਾਲ ਪੁੱਛਦਾ, ਤੁਸੀਂ ਬੱਚੇ ਦੀ ਰਜਿਸਟ੍ਰੇਸ਼ਨ ਕਿਉਂ ਨਹੀਂ ਕੀਤੀ, ਪਾਸਪੋਰਟ ਕਿਉਂ ਨਹੀਂ ਬਣਾਇਆ? ਲੋਕ 90% ਮੈਨੂੰ ਕਹਿੰਦੇ ਸਾਨੂੰ ਪਤਾ ਲੱਗਾ ਸੀ ਕਿ ਨਾ ਕਰੂੰਗੇ ਤਾਂ ਆਪਾਂ ਅੱਗੇ ਜਾ ਕੇ ਪਾਸਪੋਰਟ ਲੈ ਸਕਦੇ ਹਾਂ। ਹਾਂਜੀ।
ਇਸੇ ਵਜ੍ਹਾ ਲਈ ਤਾਂ ਪਾਲਿਸੀ ਹੁਣ ਆ ਰਹੀ ਹੈ ਕਿ ਲੋਕ ਜਾਣ ਕੇ ਨਹੀਂ ਰਜਿਸਟਰ ਕਰਦੇ, ਜਾਣ ਕੇ ਨਹੀਂ ਪਾਸਪੋਰਟ ਬਣਾਉਂਦੇ। ਹਾਲੇ ਤੱਕ ਸਾਡਾ ਫਰਜ਼ ਬਣਦਾ ਨਹੀਂ ਸੌਰੀ, ਮੈਂ ਗੱਲ ਕਰ ਰਿਹਾ ਸੀ ਰੂਲ ਦੀ। ਰੂਲ ਇਹ ਹੈਗਾ, ਤੁਸੀਂ ਜਿਹੜੇ ਪਹਿਲਾਂ, ਜੇ ਮੈਨੂੰ ਸਹੀ, ਮੈਂ ਸ਼ਾਇਦ ਗਲਤ ਵੀ ਹੋਵਾਂ, ਕਿ ਪਹਿਲੇ ਸਾਲ ਦੇ ਵਿੱਚ ਜਦੋਂ ਬੱਚਾ 12 ਮਹੀਨਿਆਂ ਦਾ ਹੋਣ ਤੋਂ ਪਹਿਲਾਂ ਨਾ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈਗੀ ਆ, ਠੀਕ ਹੈ। ਸੋ ਜਿਨ੍ਹਾਂ ਦੇ ਬੱਚੇ ਹੁਣ 13 ਮਹੀਨਿਆਂ ਦੇ ਹੋ ਗਏ ਜਾਂ 18 ਮਹੀਨਿਆਂ ਦੇ ਹੋ ਗਏ ਜਾਂ 2 ਸਾਲ ਦੇ ਹੋ ਗਏ, ਉਹਨਾਂ ਦੀ ਸਿਚੁਏਸ਼ਨ ਕੀ ਹੋਊਗੀ ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ? ਓਕੇ, ਇਹ ਕਾਨੂੰਨ ਲਾਗੂ ਹੋ ਗਿਆ, ਹੁਣ ਇਸ਼ੂ ਇਹ ਬਣਨੀ ਹੈਗੀ, ਪਹਿਲਾਂ ਤਾਂ ਕਾਨੂੰਨ ਬੰਦ ਨਹੀਂ ਹੋਣਾ। ਜੇ ਸਟੇਟਸ ਦਾ ਕਾਨੂੰਨ ਹੀ ਰਹੂਗਾ। ਹਾਂ, ਉਹਨੇ ਅਮੈਂਡਮੈਂਟ ਹੀ ਕਰਨੀ ਆ। ਜਿਹਦਾ ਅਬਿਊਜ਼ ਹੋ ਰਿਹਾ ਹੈਗਾ ਨਾ, ਜਿਹਦਾ ਲੋਕ ਫਾਇਦਾ ਤਾਂ ਉਹਦਾ ਹੋਣਾ। ਹੁਣ ਮੇਰੇ ਹਿਸਾਬ ਨਾਲ ਕੀ ਹੋਣਾ ਹੈ, ਇਹਨਾਂ ਨੇ ਪਹਿਲਾਂ ਤਾਂ ਇਹ ਪੁੱਛਣਾ ਕਿ ਬੱਚਾ ਗਿਆ ਆਪਾਂ ਇੰਡੀਅਨ, ਬਿਕਾਜ਼ ਇਹਦੇ ਵਿੱਚ ਇੰਡੀਅਨ ਜ਼ਿਕਰ ਨਹੀਂ ਕੀਤਾ ਹੈਗਾ। ਵੱਧ ਤੋਂ ਵੱਧ ਇਹ ਪੁੱਛੀਏ, ਪਹਿਲਾਂ ਸਬੂਤ ਦਿਖਾਓ ਤੁਹਾਡੀ ਕਾਉਂਸਲਰ ਜਾਂ ਤੁਹਾਡੇ ਮੁਲਕ ਦੀ ਹਾਈ ਕਮਿਸ਼ਨ ਤੁਹਾਨੂੰ ਨੈਸ਼ਨੈਲਿਟੀ ਨਹੀਂ ਬੱਚੇ ਨੂੰ ਦੇ ਰਹੀ। ਸੋ ਇਹਦਾ ਮਤਲਬ ਜਿੱਦਾਂ ਆਪਾਂ NRC ਦੀ ਚਿੱਠੀ ਲੈਣੇ ਹੈਗੇ ਆ, ਇਹ ਤਾਂ ਸਾਨੂੰ ਉਲਟ ਦਿਖਾਉਣੀ ਪਊਗੀ। ਆਪਾਂ ਕੋਸ਼ਿਸ਼ ਕੀਤੀ ਸੀ ਰਜਿਸਟਰ ਕਰਾਉਣ ਵਾਸਤੇ, ਤਾਂ ਆਪਾਂ ਕੀਤੀ ਨਹੀਂ ਹੈਗੀ। ਸਾਡੇ ਕਈ ਸਰੋਤਿਆਂ ਨੂੰ ਪਤਾ ਹੋਊਗਾ, ਅੱਜ ਦੇ ਵਕਤ ਵੀ ਹੋਮ ਆਫਿਸ ਵੱਲੋਂ ਚਿੱਠੀਆਂ ਜਾਂਦੀਆਂ ਹੈਗੀਆਂ ਜਿਹਦੇ ਬੱਚੇ ਇੰਡੀਅਨ ਦੇ ਇੱਥੇ ਬੋਰਨ ਹੁੰਦੇ, ਕਹਿਣ ਵਾਸਤੇ ਤੁਸੀਂ ਬੱਚੇ ਦੀ ਜਾ ਕੇ ਰਜਿਸਟ੍ਰੇਸ਼ਨ ਕਰਾਓ। ਤਾਂ ਅੱਗੇ ਤੁਸੀਂ ਗਏ ਆ ਤਾਂ ਦਿਖਾਓ, ਤੁਸੀਂ ਗਏ ਆ ਤਾਂ ਤੁਸੀਂ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਦੱਸੋ। ਤਾਂ ਜਿਹੜਾ ਬੰਦਾ ਕਿ ਨਹੀਂ ਜਾਂਦਾ ਹੈਗਾ ਜਾਂ ਜਾਣ ਕੇ ਕਰਦਾ ਨਹੀਂ ਹੈਗਾ, ਇਹਨੇ ਫਿਰ ਇਹ ਵੀ ਪਾਬੰਦੀ ਲਾ ਦੇਣੀ ਹੈਗੀ, ਕਹਿਣ ਵਾਸਤੇ ਕਿ ਬੱਚੇ ਨੂੰ ਆਪਾਂ ਕੁਛ ਸਟੇ ਦੇ ਵੀ ਦਿੰਦੇ, ਕੱਲ ਨੂੰ ਤੁਹਾਡੇ ਅਗੇਂਸਟ ਮਾਰਕ ਲੱਗ ਗਈ ਨਾ, ਤੁਸੀਂ ਅੱਗੇ ਆਪਣੀ ਐਕਸਟੈਂਸ਼ਨ ਨਹੀਂ ਕਰ ਸਕਦੇ, ਜਾਂ ਅੱਗੇ ਤੁਹਾਨੂੰ ਆਪਾਂ ਸਟੇ ਨਹੀਂ ਦੇਣੀ ਬਿਕਾਜ਼ ਤੁਸੀਂ ਸਾਡੀ ਗੱਲ ਨਹੀਂ ਸੁਣੀ। ਸੋ ਸਖਤਾਈ ਕਰੋਗੇ ਇਸ ਹਿਸਾਬ ਨਾਲ। ਓਕੇ, ਜੇ ਮਾਂ ਪਿਓ ਦੇ ਪਾਸਪੋਰਟ ਵੈਲਿਡ ਨਹੀਂ ਹੈਗੇ ਉਹਨਾਂ ਦੇ ਕੋਲ ਜੀ, ਤੇ ਫਿਰ ਰਜਿਸਟ੍ਰੇਸ਼ਨ ਹੋ ਸਕਦੀ ਕਿ ਨਹੀਂ? ਹੋ ਨਹੀਂ ਸਕਦੀ, ਪਰ ਦੂਸਰੇ ਪਾਸੇ ਇੰਡੀਅਨ ਹਾਈ ਕਮਿਸ਼ਨ ਨੇ ਇਹੀ ਸ਼ਰਤ ਰੱਖਣੀ ਹੈ, ਤੁਸੀਂ ਆਪਣੇ ਪਾਸਪੋਰਟ ਬਣਾ ਕੇ ਰਜਿਸਟ੍ਰੇਸ਼ਨ ਕਰਾ ਲਓ। ਲੇਕਿਨ ਜਿਹੜੀ ਪ੍ਰੋਬਲਮ ਹੈ ਨਾ, ਜਿਹੜੇ ਇੱਥੇ ਕੱਚੇ ਆ ਭਾਜੀ, ਉਹਨਾਂ ਦੇ ਜਿਹੜੇ ਪਾਸਪੋਰਟ ਆ ਉਹ ਉਸੇ ਹਾਲਾਤਾਂ ਦੇ ਵਿੱਚ ਰੀਨਿਊ ਕਰਦੇ ਆ ਜੇ ਉਹਨਾਂ ਨੇ ਵਾਪਸ ਇੰਡੀਆ ਜਾਣਾ ਹੈਗਾ ਜਾਂ ਉਹਨੇ ਵਿਆਹ ਕਰਨਾ ਹੈਗਾ। ਉੱਦਾਂ ਉਹ ਕਹਿ ਦਿੰਦੇ ਕਿ ਤੁਹਾਡੇ ਕੋਲ ਇੱਥੇ ਸਟੇਟਸ ਨਹੀਂ ਹੈਗੀ ਅਤੇ ਅਸੀਂ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਐਕਸਟੈਂਡ ਨਹੀਂ ਕਰਨਾ ਹੈਗਾ ਜਾਂ ਰੀਨਿਊ ਨਹੀਂ ਕਰਨਾ ਹੈਗਾ। ਓਕੇ ਭਾਜੀ, ਹੁਣ ਮੈਂ ਤੁਹਾਨੂੰ ਵਾਪਸ ਫੇਰ ਲੈ ਕੇ ਚੱਲਣਾ ਹੈਗਾ। ਜਦੋਂ ਮੈਂ ਕੇਸ ਸ਼ੁਰੂ ਕੀਤਾ ਸੀ, ਜਦੋਂ ਸਾਰੀ ਹਾਈ ਕੋਰਟ ਦੀ ਹੀਅਰਿੰਗ ਹੋਈ ਸੀ ਨਾ, ਹੋਮ ਆਫਿਸ ਵਾਲੇ ਅਪਰੋਚ ਕੀਤਾ ਗਿਆ ਸੀ ਇੰਡੀਅਨ ਹਾਈ ਕਮਿਸ਼ਨ, ਕਹਿਣ ਵਾਸਤੇ ਤੁਸੀਂ ਦੱਸੋ ਤੁਹਾਡਾ ਪ੍ਰੋਸੀਜਰ ਕੀ ਹੈਗਾ। ਹਾਂਜੀ, ਤੁਸੀਂ ਬੱਚੇ ਨੂੰ ਪਾਸਪੋਰਟ ਜਦੋਂ ਬਣਾਉਣਾ ਹੈ ਨਾ, ਤੁਸੀਂ ਕੀ ਕਰਦੇ ਹੈਗੇ ਆ। ਸੋ ਡਾਇਲੋਗ ਇੰਡੀਅਨ ਸਰਕਾਰ ਤੇ ਇੰਡੀਅਨ UK ਸਰਕਾਰ ਨਾਲ ਹੁੰਦੀ ਆ। ਹਾਂਜੀ, ਤਾਂ ਕੱਲ ਨੂੰ ਜਦੋਂ ਰਿਟਰਨ ਪ੍ਰੋਗਰਾਮ, ਜਦੋਂ ਬੰਦੇ ਨੇ ਵਾਪਸ ਜਾਣਾ, ਉਹਦੇ ਪਾਸਪੋਰਟ ਤਿਆਰ ਕਰਨ ਵਾਸਤੇ UK ਸਰਕਾਰ ਨੂੰ ਪਤਾ ਹੁੰਦਾ ਹੈਗਾ। ਆਹ ਕਾਨੂੰਨ ਕਿ ਹੁਣ ਵੀ ਕਿ ਬਣੂਗਾ, ਉਹਨੂੰ ਪਹਿਲਾਂ ਪਤਾ ਹੈਗਾ ਇੰਡੀਅਨ ਹਾਈ ਕਮਿਸ਼ਨ ਕੀ ਕਰਦੀ ਹੈ, ਕਾਗਜ਼ ਕਿੱਦਾਂ ਤਿਆਰ ਕਰਦੀ ਹੈ, ਤਾਂ ਉਹ ਸਹਿਮਤੀ ਦੇ ਨਾਲ ਪ੍ਰੋਸੀਜਰ ਪਹਿਲਾਂ ਅਡੋਪਟ ਕਰੂਗੇ। ਸਾਨੂੰ ਪਤਾ ਹੋਊਗਾ ਕਿ ਬੱਚੇ ਦੀ ਰਜਿਸਟ੍ਰੇਸ਼ਨ ਤੁਹਾਨੂੰ ਕਰਨੀ ਪਊਗੀ, ਬਿਕਾਜ਼ ਓਬਵੀਅਸਲੀ ਰਿਲੇਸ਼ਨਸ਼ਿਪ ਸਰਕਾਰਾਂ ਨੇ ਵੀ ਆਪਸ ਵਿੱਚ ਰੱਖਣਾ ਹੁੰਦਾ ਹੈਗਾ। ਸੋ ਭਾਜੀ ਇਹ ਗੱਲ ਤਾਂ ਹੋਣੀ ਨਹੀਂ ਹੈਗੀ ਜਿਹਦੇ ਵਿੱਚ ਕਿ ਇੰਡੀਅਨ ਪੇਰੈਂਟਸ ਤਾਂ ਕੱਚੇ ਹੈਗੇ ਬੱਚੇ ਦੇ ਪਾਸਪੋਰਟ ਓਵਰਸਟੇ ਪੇਰੈਂਟਸ ਹੋਏ ਆ ਤਾਂ ਉਹ ਅਪਲਾਈ ਕਰਦੇ ਤਾਂ ਉਹਨੂੰ ਨਾ ਕਰੂਗੇ, ਬਿਕਾਜ਼ ਕਿ ਨਾ ਕਰੂਗੇ ਫਿਰ ਉਹਨੂੰ ਦੱਸਣਾ ਪੈਣਾ ਆਪਾਂ ਨਾ ਕਰ ਰਹੇ ਹਾਂ। ਮਗਰ ਕਿ ਨਾ ਤਾਂ ਕੋਈ ਕਾਰਨ ਆ, ਬਿਕਾਜ਼ ਕਦੋਂ ਪੇਰੈਂਟਸ ਸਿੰਗਲ ਆ ਜਾਂ ਦੋਵੇਂ ਪੇਰੈਂਟਸ ਸ਼ਾਇਦ ਜੁਦੇ ਹੋਏ ਆ ਜਾਂ ਇੱਕ ਦਾ ਪਤਾ ਨਹੀਂ ਹੈਗਾ ਜਾਂ ਕਾਗਜ਼ ਨਹੀਂ ਪੂਰੇ ਹੈਗੇ, ਇਹ ਤਾਂ ਫਿਰ ਗਲਤੀ ਫਿਰ ਮਾਪੇ ਦੀ ਹੈ ਨਾ, ਜਾਂ ਐਪਲੀਕੈਂਟ ਦੀ ਕਾਗਜ਼ ਪੂਰੇ ਨਹੀਂ ਦਿਖਾਉਣ ਦੇ ਵਿੱਚ। ਪ੍ਰੋਸੀਜਰ ਤਾਂ ਪ੍ਰੋਸੀਜਰ ਆ, ਪਰ ਲੇਕਿਨ ਇੱਥੇ ਥੋੜ੍ਹਾ ਜਿਹਾ ਧੁੰਦਲਾ ਜਿਹੜਾ ਕੰਮ ਆ ਨਾ ਉਹ ਇਹ ਆ ਕਿ ਜੇ ਮਾਂ ਪਿਓ ਇੱਥੇ ਪੱਕੇ ਨਹੀਂ ਗੇ, ਠੀਕ ਆ, ਤੇ ਉਹਨਾਂ ਦੇ ਪਾਸਪੋਰਟ ਉਹਨੇ ਰੀਨਿਊ ਨਹੀਂ ਕਰਨੇ। ਠੀਕ ਆ, ਕਰਦੇ ਪੱਲੂ ਹੁੰਦਾ ਸੀ ਪਰ ਹੁਣ ਕਰ ਰਹੇ ਆ ਭਾਜੀ। ਪਾਸਪੋਰਟ ਤੋਂ ਬਗੈਰ ਆਪਾਂ ਐਪਲੀਕੇਸ਼ਨ ਨਹੀਂ ਦਰਜ ਕਰ ਸਕਦੇ ਹੈਗੇ, ਆਪਾਂ ਜੋ ਫਰਦਰ ਲੀਵ ਟੂ ਰਿਮੇਨ ਦੀ ਐਪਲੀਕੇਸ਼ਨ ਹੈ। ਇੰਡੀਅਨ ਸਰਕਾਰ ਨੇ ਭਾਜੀ ਜਿਹੜੀ ਸਖਤਾਈ ਸ਼ਾਇਦ 3 ਸਾਲ ਪਿੱਛੇ ਸੀ ਜਦੋਂ ਮੈਂ ਕੇਸ ਕੀਤਾ ਸੀ ਨਾ, ਉਹ ਸਖਤਾਈ ਅੱਜ ਨਹੀਂ ਹੈਗੀ। ਉਹੀ ਸਖਤਾਈ ਦੇ ਸਿਰ ਦੇ ਉੱਪਰ ਮੈਂ ਕੇਸ ਪਾਇਆ ਸੀ, ਤਾਂ ਉਸੇ ਸਖਤਾਈ ਦੇ ਉੱਪਰ ਮੈਂ ਕੇਸ ਜਿੱਤਿਆ ਵੀ ਸੀ, ਪਰ ਉਹਦੇ ਬਾਅਦ ਚ ਇੰਡੀਅਨ ਹਾਈ ਕਮਿਸ਼ਨ ਨੇ ਬਹੁਤ ਢਿੱਲ ਦਿੱਤੀ ਹੈਗੀ ਹੈ। ਬਹੁਤ ਆਪਣੇ ਕਹਿੰਦੇ ਲੋਕਾਂ ਦੇ ਫਾਇਦੇ ਹੋ ਰਹੇ ਜੋ ਪਾਸਪੋਰਟ ਨਹੀਂ ਬਣਦੇ ਸੀ। ਹੁਣ ਤੁਸੀਂ ਦੇਖ ਲਓ ਜਿਹੜੀ NRC ਦੀ ਚਿੱਠੀ ਆ, ਪਹਿਲਾਂ ਇਹ ਵੀ ਚਿੱਠੀ ਨਹੀਂ ਹੁੰਦੀ ਸੀ, ਸਾਨੂੰ ਵੱਖਰੀ ਮੈਂ ਈਮੇਲਾਂ ਕਾਉਂਸਲਰ ਸਰਵਿਸ ਤੋਂ ਚਿੱਠੀਆਂ ਈਮੇਲ ਕਰਾ ਕੇ ਉਹ ਈਮੇਲਾਂ ਦੇ ਸਿਰ ਤੇ ਮੈਂ ਕੇਸ ਲਾਇਆ ਸੀ। ਫਿਰ ਬਾਅਦ ਚ ਨੇ NRC ਦੀ ਚਿੱਠੀ ਕੀਤੀ ਸੀ। ਹਾਂਜੀ, ਪਰ ਹੁਣ NRC ਦੀ ਚਿੱਠੀ ਭਾਜੀ ਆਪਾਂ ਗੱਲ ਕਰੀਏ, ਭਾਜੀ ਬੱਚਾ ਅੱਜ ਜਨਮ ਹੁੰਦਾ ਹੈਗਾ, ਕੱਲ ਨੂੰ ਬੰਦਾ ਚਲ ਜਾਂਦਾ ਹੈਗਾ, ਕਹਿਣ ਵਾਸਤੇ ਸਾਨੂੰ ਅੱਜ NRC ਦੀ ਚਿੱਠੀ ਦੇ ਦਿਓ ਬਿਕਾਜ਼ ਸਾਨੂੰ 4-5 ਸਾਲ ਬਾਅਦ ਚਾਹੀਦੀ ਆ। ਤੁਸੀਂ ਭਾਜੀ ਯਕੀਨ ਕਰੋ, ਜਿਹਨਾਂ ਲੋਕਾਂ ਨੇ OCI ਕਾਰਡ ਬਣਾਉਣੇ ਹੁੰਦੇ ਆ, ਵਿਜ਼ਟਰ ਵੀਜ਼ੇ ਬਣਾਉਣੇ ਹੁੰਦੇ ਆ, ਇੰਡੀਅਨ ਪਾਸਪੋਰਟ, ਉਹਨਾਂ ਨੂੰ ਅਪਾਇੰਟਮੈਂਟ ਦੀਆਂ ਡੇਟਾਂ ਨਹੀਂ ਮਿਲਦੀਆਂ ਬਿਕਾਜ਼ ਮੈਂ ਕਹਿੰਦਾ ਮੈਜੋਰਿਟੀ ਆਫ ਅਪਾਇੰਟਮੈਂਟਸ ਜੋ ਹੋ ਰਹੀਆਂ ਹੈਗੀਆਂ ਉਹ ਉਹਨੀਆਂ ਹੋ ਰਹੀਆਂ ਸਿਰਫ ਜੋ ਚਿੱਠੀਆਂ ਐਡਵਾਂਸ ਕਢਾ ਕੇ ਰੱਖਣਾ ਚਾਹੁੰਦੇ ਹੈਗੇ। ਹਾਂ, ਅੱਜ ਇੱਕ ਟੈਲੀਫੋਨ ਰਿਸੈਪਸ਼ਨ ਤੇ ਆਇਆ ਸੀ, ਉਹ ਕਹਿੰਦੇ ਅਸੀਂ 2018 ਦੀ ਚਿੱਠੀ ਲਈ ਆ।
3 ਸਾਲ ਪਹਿਲਾਂ ਹੀ ਭਾਜੀ ਦੇਖ ਮੇਰੇ ਜਾਮ ਛਾਂਛ ਹੈਗੇ ਜੋ ਆਪਣੇ ਪਾਸਪੋਰਟ ਦੀ ਐਪਲੀਕੇਸ਼ਨ ਅਪਲਾਈ ਕਰਨ ਗਏ ਸੀ। ਜਦੋਂ ਅਪਲਾਈ ਕਰਨ ਗਏ ਉੱਥੇ ਮਤਲਬ 2 ਬੀਬੀਆਂ ਸੀ ਜੋ ਆਪਣੀਆਂ NRC ਚਿੱਠੀਆਂ ਕਢਾਉਣ ਦੀ ਕੋਸ਼ਿਸ਼ ਕਰਦੇ ਸੀ। ਕਾਗਜ਼ ਪੂਰੇ ਨਹੀਂ ਹੈਗੇ ਸੀ। ਉਹਨੇ ਤਕਰੀਬਨ ਹਲੇ 1:30 ਵਜੇ ਦੀ ਅਪੁਆਇੰਟਮੈਂਟ ਸੀ, ਜਾ ਕੇ 4 ਵਜੇ ਜਾ ਕੇ ਉਹਨੂੰ ਦੂਜੀ ਲੇਡੀ ਨੂੰ ਪਾਸਪੋਰਟ ਦੀ ਐਪਲੀਕੇਸ਼ਨ ਦਾ ਮੌਕਾ ਮਿਲਿਆ। ਕਿਉਂ? ਬਿਕਾਜ਼ 2-2.5 ਘੰਟੇ ਸਿਰਫ ਲੱਗੇ ਉਹਨੂੰ ਆਪਣੇ ਕਾਗਜ਼ ਤਿਆਰ ਕਰਾ ਕੇ ਦਿਖਾਉਣ ਵਾਸਤੇ, ਫਾਰਮ ਸਾਹਮਣੇ ਭਰਨ ਵਾਸਤੇ। ਹਾਲੇ ਤੱਕ ਉਹਨੇ ਬੀਬੀ ਨੇ ਇਹ ਵੀ ਕਿਹਾ ਸੀ, ਕਹਿੰਦੇ ਕੋਈ ਕਾਗਜ਼ ਪੂਰੇ ਨਹੀਂ ਹੈਗੀ, ਇੰਨੀ ਅਪੁਆਇੰਟਮੈਂਟ ਅੱਗੇ ਹੋਰ ਦੇ ਦਿਓ। ਇੰਡੀਅਨ ਹਾਈ ਕਮਿਸ਼ਨ ਵਿੱਚ ਸਰਵਿਸ ਤੁਹਾਨੂੰ ਪਤਾ ਕਿੱਦਾਂ ਹੈਗੇ ਆ, ਮਗਰ ਇਹ ਸਾਡੇ ਪਹਿਲੋਂ ਇੱਧਰ ਹੀ ਸੋਚ ਹੈਗੀ ਆ, ਆਪਾਂ ਪਹਿਲੋਂ ਤਿਆਰੀ ਰੱਖੀਏ। ਹੁਣ ਮੈਨੂੰ ਇਹ ਪਤਾ ਦੇ ਭਾਜੀ ਇਹ ਸ਼ੋਅ ਦੇ ਬਾਅਦ 'ਚ ਰਸ਼ ਪੈ ਜਾਂਦਾ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਲੋਕਾਂ ਨੂੰ ਆਪਣੀ ਚਿੱਠੀ ਕਢਾਉਣ ਵਾਸਤੇ, ਕਹਿਣ ਵਾਸਤੇ ਆਪਾਂ ਕਢਾ ਕੇ ਰੱਖ ਲਈਏ। ਤਾਂ ਹਾਲੇ ਮੈਂ ਕਹਿ ਰਿਹਾ ਕਿ ਇਸੇ ਇਸ਼ੂ ਦੇ ਵਿੱਚ ਪ੍ਰੋਬਲਮ ਪੈ ਰਹੀ ਹੈ ਭਾਜੀ। ਸ਼ਾਇਦ ਤੁਹਾਨੂੰ ਇਹ ਵੀ ਚੇਤਾ ਨਾ, ਮੈਂ ਕੇਸ ਤੱਕ ਜਿੱਤ ਲਿਆ ਸੀ ਜਿਹਦਾ ਬੱਚਾ 3 ਸਾਲ ਦਾ ਸੀ ਭਾਜੀ। ਆਪਾਂ ਰੌਲਾ ਪਾ ਕੇ ਆਪਾਂ ਗੱਲ ਮੁੜੇ ਲੈ ਗਏ ਸੀ। ਹਾਂਜੀ, ਲੈ ਕੇ ਨਾਲ ਹੀ ਸਰਕਾਰ ਨੇ ਨਿਪਟੀ ਭਾਜੀ। ਆਹ ਹੁਣ ਜੋ ਮੈਂ ਕਹਿੰਦਾ ਕਿ ਸਟੇਟਲੈਸ ਦੇ ਬੱਚੇ ਨੇ, ਇਹ ਵੀ ਭਾਜੀ ਇੱਕ ਕਿਸਮ 'ਚ ਮੈਂ ਕਹਿੰਦਾ ਹੁਣ ਇਹ ਹੋਇਆ, ਆਪਣੇ ਲੋਕਾਂ ਨੇ ਇੰਨਾ ਜ਼ੋਰ ਪਾ ਕੇ ਇਹਨੂੰ ਮੈਂ ਇਹ ਕਹੂੰਗਾ ਮਿਸ ਅਬਿਊਜ਼ ਕੀਤਾ ਗਿਆ ਹੋਗਾ ਹੁਣ। ਬਿਕਾਜ਼ ਇੱਕ ਤਾਂ ਸਿਸਟਮ ਸੀ ਜੋ ਉਸ ਵਕਤ ਹਾਲਾਤਾਂ ਦੇ ਹਿਸਾਬ ਨਾਲ ਸੀ। ਹੁਣ ਤਾਂ ਕੀ ਹੁੰਦਾ, ਹੁਣ ਤਾਂ ਆਪਾਂ ਜਾਣ ਕੇ ਇੱਕ ਕਦਮ ਚੱਕ ਰਹੇ ਹਾਂ ਨਾ। ਅੱਗੇ ਆਪਾਂ ਕਹਿੰਦੇ ਨਾ ਕਈ ਵਾਰੀ ਐਮਨੈਸਟੀ ਨਹੀਂ ਹੋਈ, ਬੰਦੇ ਪੱਕੇ ਨਹੀਂ ਕਰਾਣੇ ਭਾਜੀ। ਜਿੰਨੇ ਵੀ ਬੱਚੇ ਦੇ ਸਿਰ ਦੇ ਉੱਪਰ ਮਾਪੇ ਪੱਕੇ ਹੋਏ, ਜਿੰਨੇ ਤੁਸੀਂ ਦੇਖ ਲਓ ਲੱਖਾਂ ਦੇ ਹਿਸਾਬ ਨਾਲ, ਮੇਰੇ ਹਿਸਾਬ ਨਾਲ ਗਿਣਤੀ ਉਹਨੂੰ ਹੋਣੀ ਹੈਗੀ ਹੈ, ਉਹਨਾਂ ਦੀ ਐਮਨੈਸਟੀ ਸੀ ਕਿਸਮ 'ਚ। ਹਾਂਜੀ, ਪਰ ਇਹ ਤਾਂ ਇਹ ਨਹੀਂ ਮਤਲਬ ਕਿ ਆਉਂਦੇ ਬੰਦਾ ਪੱਲੂ ਪਲੈਨਿੰਗ ਇਸੇ ਕੰਮ 'ਚ ਕਰਨ ਲਈ ਆਏ, ਕਹਿਣ ਵਾਸਤੇ ਜਾਓਗੇ, ਜਾ ਕੇ ਬੱਚੇ ਹੋਗੇ, ਬੱਚੇ ਦੇ ਬੇਸ ਤੇ ਉੱਪਰ 5 ਸਾਲ ਕੱਚੇ ਰਹੋਗੇ, ਫਿਰ ਜਾ ਕੇ ਆਪਾਂ PR ਲਵਾਂਗੇ। ਇਹ ਚੀਜ਼ ਹੁਣ ਨਜ਼ਰ ਹੁੰਦੀ ਸਰਕਾਰ ਨੂੰ। ਪਲੈਨਿੰਗ ਕਰਦੇ ਹੀ ਨਹੀਂ ਨਾ, ਪਲੈਨਿੰਗ ਕਰਵਾਈ ਜਾਂਦੀ ਹੈ। ਜਿੱਦਾਂ ਤੁਸੀਂ ਏਜੰਟਾਂ ਦੀ ਗੱਲ ਕੀਤੀ ਹੈ ਨਾ, ਉਹ ਉਸੇ ਬੇਸ ਤੇ ਭੇਜ ਰਹੇ ਸੀ ਨਾ ਕਿ ਉੱਥੇ ਜਾ ਕੇ ਤੁਸੀਂ ਬੇਬੀ ਬਣਾ ਲਓ, 5 ਸਾਲਾਂ ਬਾਅਦ 6 ਸਾਲਾਂ ਬਾਅਦ ਤੁਸੀਂ ਤੁਹਾਨੂੰ PR ਮਿਲ ਜਾਣੀ ਆ। ਹਾਲੇ ਭਾਜੀ ਦੇਖੀ ਵੀ ਜਾਏ ਨਾ, ਹੁਣ ਮੈਜੋਰਟੀ ਜੋ ਆਪਾਂ ਕਹਿੰਦੇ ਜੋ ਕੈਟੇਗਰੀ 'ਚ ਲੋਕ ਆਏ ਸੀ ਉਹਨਾਂ ਨੂੰ ਇਹ ਸਿਸਟਮ ਅਪਣਾਉਣ ਦੀ ਲੋੜ ਨਹੀਂ ਹੈਗੀ ਸੀ, ਹਨਾ। ਜਿਹੜੇ ਜੈਨੂਇਨ ਸਟੂਡੈਂਟਸ ਆਏ ਸੀ, ਤੁਸੀਂ ਜੈਨੂਇਨ ਪੜ੍ਹੋ, ਪੜ੍ਹਨ ਦੇ ਬਾਅਦ 'ਚ ਆਪਣੇ ਵਰਕ ਪਾਉਣ ਲਓ। ਹੁਣ ਤਾਂ ਚਲੋ ਪੋਸਟਰ ਹੀ ਜਿਹੜਾ ਕਾਨੂੰਨ ਬਣਾਇਆ ਨਾ ਆਪਾਂ, ਉਹ ਕਾਨੂੰਨ ਦੇ ਵਿੱਚ ਰਹੀਏ ਤਾਂ ਕਿੰਨਾ ਵਧੀਆ ਸਿਸਟਮ ਬਣਦਾ ਆ। ਪਰ ਹੁੰਦਾ ਕੀ ਹੈਗਾ, ਆਪਾਂ ਸਿਸਟਮ ਨੂੰ ਵਿੱਚ ਨਹੀਂ ਰਹਿਣਾ, ਆਪਾਂ ਸਿਸਟਮ ਤੋਂ ਜਦ ਤੁਸੀਂ ਕਈ ਵਾਰੀ ਕਹਿੰਦੇ ਜੁਗਾੜ ਲਾਉਣਾ ਹੁੰਦਾ, ਆਪਾਂ ਇੱਕਦਮ ਅੱਗੇ ਤੁਰਨਾ ਹੁੰਦਾ ਹੈਗਾ, ਹਨਾ। ਹੈ ਤਾਂ ਮਿਸ ਅਬਿਊਜ਼ ਹੀ ਇੱਕ ਕਿਸਮ 'ਚ, ਹਨਾ। ਅੱਗੇ ਆਪਾਂ ਦੇਖੀਏ ਭਾਜੀ, ਆਪਾਂ ਆਪਣਾ ਘਰ ਹੈ, ਆਪਾਂ ਘਰ ਦੇ ਵਿੱਚ ਕਿਰਾਏਦਾਰ ਕਿਸ ਨੂੰ ਜਾਂ ਕਿਸ ਨੂੰ ਕਹੀ ਆ ਜਾਓ ਰਾਤ ਰਹਿ ਲਓ, ਤੁਸੀਂ ਅੱਗੇ ਜਾਣਾ ਹੈ। ਉਹ ਕੱਲ ਨੂੰ 1 ਹਫ਼ਤੇ ਦੇ ਬਾਅਦ ਹਲੇ ਉੱਥੇ ਬੈਠਾ ਰਵੇ, ਹਨਾ। ਫਿਰ 2 ਹਫ਼ਤੇ ਬਾਅਦ 'ਚ ਆਪਣੇ ਭਰਾ ਨੂੰ ਵੀ ਸੱਦ ਲਵੇ, ਹਨਾ। ਸਾਲ ਦੇ ਬਾਅਦ 'ਚ ਨਿਆਣਾ ਵੀ ਇਹੋ ਜਿਹੇ ਉਹੀ ਘਰ 'ਚ ਰਹੀ ਜਾਵੇ ਨਾਲ। ਓਬਵੀਅਸਲੀ ਤੁਹਾਨੂੰ ਤਾਂ ਲੱਗਣਾ ਹੈਗਾ ਯਾਰ ਆਪਾਂ ਤਾਂ 1 ਹਫ਼ਤੇ ਰੱਖਿਆ ਸੀ, ਤਾਂ ਜ਼ਿਆਦਾ ਚੜ੍ਹਨ ਲੱਗ ਪਿਆ। UK ਦੀ ਇਮੀਗ੍ਰੇਸ਼ਨ ਸਿਸਟਮ ਵੀ ਭਾਜੀ ਇੱਧਰ ਹੀ ਹੈ। ਇਹ ਚਾਹੁੰਦੇ ਲੋਕ ਆਉਂਦੇ ਆਵੇ, ਟਾਈਮ ਦੇ ਵਿੱਚ ਆਵੇ, ਟਾਈਮ 'ਚ ਵਾਪਸ ਜਾਵੇ, ਸਾਡੀ ਕਿ ਪੋਪੂਲੇਸ਼ਨ ਕੰਟਰੋਲ 'ਚ ਰਹੇ, ਇਮੀਗ੍ਰੇਸ਼ਨ ਬੋਰਡਰ ਸਾਡੇ ਕੰਟਰੋਲ ਰਹੇ। ਪਰ ਇਹਨਾਂ ਦਾ ਘਰ ਜੋ ਆਪਣਾ ਸਰਕਾਰ ਦਾ ਆਪਣਾ ਹੀ ਘਰ ਆ ਕਿਸਮ 'ਚ, ਹਾਂ। ਇਹ ਓਵਰ ਪੋਪੂਲੇਟਿਡ ਹੋਏ, ਉਹ ਵੀ ਬਗੈਰ ਮਤਲਬ ਤੋਂ, ਫਿਰ ਨੁਕਸਾਨ ਹੁੰਦਾ ਹੈਗਾ। ਤਾਂ ਇਹ ਨੁਕਸਾਨ ਸਰਕਾਰ ਨਾਲ ਦੀ ਨਾਲ ਨਿਪਟਣਾ ਚਾਹੁੰਦੀ ਹੈਗੀ ਆ। ਤਾਂ ਆਪਾਂ ਕੱਲ ਵੀ ਗੱਲ ਕੀਤੀ ਭਾਜੀ, ਹੋਰ ਕਿੰਨੇ ਇਸ਼ੂ ਸੀ ਜੋ ਸਰਕਾਰ ਨੇ ਕਿਤੇ ਇਕੱਲੀ ਨਹੀਂ ਹੈਗੀ। ਇਲੀਗਲ ਲੋਕ ਆਉਂਦੇ ਹੈਗੇ ਆ, ਵੋਟਾਂ ਰਾਹੀਂ ਆਉਂਦੇ ਹੈਗੇ ਆ, ਉਹਦੀ ਗਿਣਤੀ ਵਧਣ ਲੱਗ ਪਈ। ਆਪਾਂ ਦੇਖਿਆ ਸੀ ਪਿਛਲੇ ਸਾਲ 8,500 ਬੰਦਾ ਵੋਟਾਂ ਰਾਹੀਂ ਆਇਆ ਇੱਥੇ। ਹਲੇ ਦੇਖੋ ਭਾਜੀ ਲੋਕਡਾਊਨ 'ਚ ਆਪਾਂ ਲੋਕਡਾਊਨ ਵਿੱਚ ਨਾ ਕੋਈ ਟਰੈਵਲ ਦੀ ਅਲਾਉਡ ਹੈਗੀ, ਪਰ ਹਲੇ ਵੀ ਲੋਕ ਆ ਗਏ ਹੈਗੇ ਆ। ਤੁਸੀਂ ਵੀ ਭਾਜੀ ਮੇਰੇ ਅਗਰ ਦੇਸੀ ਬੋਲਣਗੇ, ਵੋਟਾਂ 'ਚ ਆਏ ਸੀ, ਵੋਟਸ ਵਿੱਚ ਆਏ ਸੀਗੇ। ਬ੍ਰੇਕ ਦਾ ਟਾਈਮ ਹੋ ਗਿਆ, ਥੈਂਕ ਯੂ ਤੁਹਾਡਾ। ਤੇ ਇਹ ਵੀ ਦੱਸ ਦਈਏ ਕਿ 25 ਦੇ 25 ਸਟੈਂਡਿੰਗ ਆਰਡਰ ਰਹਿੰਦੇ ਆ। ਅਜੈਬ ਸਿੰਘ ਬਾੜਾ ਉਹਨਾਂ ਨੇ ਲੰਡਨ ਤੋਂ ਅੱਜ ਇੱਕ ਕਰਵਾਇਆ ਹੈਗਾ, ਤੇ ਸਵੇਰੇ 26 ਰਹਿੰਦੇ ਸੀਗੇ ਤੇ ਹੁਣ ਅਜੇ ਵੀ 25 ਰਹਿੰਦੇ ਆ। ਸੋ ਰਿਸੈਪਸ਼ਨ ਤੇ ਟੈਲੀਫੋਨ ਕਰ ਲਿਓ ਜੀ 02088488877 ਤੇ ਛੋਟੀ ਬ੍ਰੇਕ। Punjab Radio, the first Punjabi radio station in the world. ਵੈਲਕਮ ਬੈਕ ਜੀ, ਪੰਜਾਬੀਆਂ ਦੀ ਆਵਾਜ਼ ਪੰਜਾਬ ਰੇਡੀਓ। ਸਰਜੀਤ ਸਿੰਘ ਹਾਜ਼ਰ ਹੈ ਤੇ ਗੁਰਪਾਲ ਸਿੰਘ ਕਪੂਰ ਵੀ ਭਾਜੀ ਹਾਜ਼ਰ ਨੇ। ਗੁਰਪਾਲ ਭਾਜੀ 6 ਵੀਕਾਂ ਦਾ ਕੰਸਲਟੇਸ਼ਨ ਆ। ਹਾਂਜੀ, 6 ਹਫ਼ਤਿਆਂ ਦੇ ਦੌਰਾਨ ਆਪਾਂ ਕੀ ਕਰ ਸਕਦੇ ਹਾਂ ਭਾਜੀ? 2-3 ਚੀਜ਼ਾਂ ਕਰ ਸਕਦੇ ਹੈਗੇ। ਪਹਿਲੀ ਚੀਜ਼ ਮੇਰੀ ਇਹ ਬੇਨਤੀ ਹੈ, ਜਿਸ ਲੋਕਾਂ ਨੂੰ ਅੱਜ ਤੱਕ ਸਟੇਟਲੈਸ ਦਾ ਫਾਇਦਾ ਹੋਇਆ ਹੈਗਾ, ਜਿੰਨੇ ਵੀ ਸਾਡੇ ਬੱਚੇ ਪੱਕੇ ਹੋਏ ਹੈਗੇ, ਕਿ ਉਹਨਾਂ ਦੇ ਮਾਪੇ ਹਲੇ ਇੱਥੇ UK 'ਚ ਹੈਗੇ ਆ, ਓਬਵੀਅਸਲੀ 2 ਜਾਣੇ ਤਾਂ ਹੈਗੇ ਆ, ਹਨਾ। ਕਮ ਸੇ ਕਮ ਤੁਸੀਂ ਆਪਣੇ MP ਨੂੰ ਵੀ ਚਿੱਠੀ ਲਿਖ ਸਕਦੇ ਹੈਗੇ ਆ। ਉਹ ਤੋਂ ਪਹਿਲਾਂ ਸਟੈਂਡਿੰਗ ਆਰਡਰ ਤਾਂ ਕਰਾ ਦੇਣ। ਹਾਂ, ਇਨਫੈਕਟ ਪਹਿਲੀ ਚੀਜ਼ ਸਟੈਂਡਿੰਗ ਆਰਡਰ ਕਰੋ। ਹਾਂ, ਬਿਕਾਜ਼ ਇਹ ਪੰਜਾਬ, ਮੈਂ ਕਈ ਵਾਰੀ ਭਾਜੀ ਕਿਹਾ ਪੰਜਾਬ ਰੇਡੀਓ ਨਾ ਹੁੰਦਾ ਨਾ ਤਾਂ ਸ਼ਾਇਦ ਮੈਂ ਸਟੇਟਲੈਸ ਦਾ ਕੇਸ ਪਹਿਲੋਂ ਜਿੱਤਦਾ ਹੁੰਦਾ। ਹਾਂਜੀ, ਹਨਾ।
ਬਿਕਾਜ਼ ਇਹ ਗੱਲ ਹੈ ਕਿ ਆਪਾਂ ਅੱਜ ਗੱਲਾਂ ਕਰਦੇ ਤਾਂ ਹੀ ਕਰਦੇ ਕਿ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਸੀ ਤੇ ਭਾਜੀ ਤੁਸੀਂ ਮੌਕਾ ਵੀ ਉਸ ਵਕਤ ਦਿੱਤਾ ਸੀ ਜਦ ਮੈਂ ਕਹਿੰਦਾ ਕੋਈ ਮੇਰਾ ਸਾਥ ਨਹੀਂ ਦੇ ਰਿਹਾ ਸੀ ਹਨਾ। ਉਹਦੇ ਸਾਹਮਣੇ 25 ਆਏ ਸੀ, ਉਹਦੇ ਸਾਹਮਣੇ ਉਹਨੇ ਕੇਸ ਕੀਤੇ ਸੀ। ਭਾਜੀ ਮੈਨੂੰ ਅੱਜ ਵੀ ਚੇਤਾ ਹੈਗਾ, ਲੋਕਾਂ ਨਿੰਦਿਆ ਨੇ ਘੱਟ ਕੀਤੀ, ਮੈਂ ਕਹਿੰਦਾ ਆਪਣੇ ਨਾਲ ਦੇ ਸਾਥੀਆਂ ਨੇ ਬੜੀ ਮੈਨੂੰ ਨਿੰਦਿਆ ਕੀਤੀ ਸੀ, ਕਿਰਪਾਲ ਗਲਤ ਕਰ ਰਿਹਾ ਹੈਗਾ, ਮੇਰਾ ਖੁਦ ਦੇ ਵਕੀਲ ਭਰਾ ਜੋ ਹੈਗੇ ਆ। ਸੋ ਚਲੋ ਉਹ ਮੌਕਾ ਕੇ ਗਿਆ ਕਿ ਅੱਜ ਦੇ ਵਕਤ ਕੇ ਵਕੀਲ ਵੀ ਰੋਟੀ ਖਾ ਰਹੇ ਆ, ਬੜੀ ਵਧੀਆ ਹੁਣ ਰੋਟੀ ਖਾ ਰਹੇ ਆ ਇਸੇ ਸਿਰ ਦੇ ਉੱਪਰ, ਪਰਿਵਾਰ ਪੱਕੇ ਹੋ ਰਹੇ ਹੈਗੇ ਆ। ਜ਼ਰੂਰ ਪਟੀਸ਼ਨ ਕਰੋ, ਜ਼ਰੂਰ ਆਪਣੇ ਮੌਕਾ ਕਰੋ ਆਪਣੇ ਪੇਜ। ਇਨਫੈਕਟ ਉਹ ਤਾਂ ਛੱਡੋ, ਪਹਿਲਾਂ ਤਾਂ ਸਟੈਂਡਿੰਗ ਆਰਡਰ ਪੜੋ। ਪਹਿਲਾਂ ਤਾਂ ਭਾਜੀ ਦਾ ਧੰਨਵਾਦ ਕਰੀਏ ਜਿਹਦੇ ਵਾਸਤੇ ਆਪਾਂ ਅੱਜ ਵੀ ਗੱਲਾਂ ਕਰਦੇ ਹੈਗੇ ਇਸ ਬਾਰੇ। ਬਿਕਾਜ਼ ਭਾਜੀ ਕਹਿੰਦੇ ਨਾ ਜਦੋਂ ਕੱਲ ਨੂੰ ਕੋਈ ਚੀਜ਼ ਆਪਾਂ ਗਵਾ ਲੈਂਦੇ ਫੇਸ ਸਾਨੂੰ ਚੇਤੇ ਹੁੰਦੀ ਹੈਗੀ ਆ। ਤਾਂ ਭਾਜੀ ਯਕੀਨ ਕਰੋ ਕੱਲ ਨੂੰ ਆਪਾਂ ਇਹ ਗੱਲਾਂ ਕਰਨੀਆਂ, ਚੰਗਾ ਸਮਾਂ ਸੀ, ਉਹ ਚੰਗੇ ਰਹਿ ਗਏ ਜੋ ਪੱਕੇ ਹੋ ਗਏ ਸਟੇਟਲੈਸ ਦੇ ਹੇਠਾਂ ਹਨਾ। ਗੁਰਪਾਲ ਨੇ ਭਾਜੀ ਨੇ ਮਸ਼ਹੂਰੀ ਕਰਾ ਕੇ ਜੋ ਵੀ ਕੀਤਾ, ਲੋਕਾਂ ਨੇ ਗੱਲ ਕਰਨੀ ਮੈਨੂੰ ਅੱਜ ਲਿਖਾ ਲਓ ਭਾਜੀ ਹਨਾ। ਤੁਸੀਂ ਚੀਜ਼ ਆਪਣੇ ਐਮਪੀਆਂ ਤੋਂ ਜਾ ਕੇ ਯੈਸ ਤੁਸੀਂ ਰੇਜ਼ ਕਰ ਸਕਦੇ ਕਹਿਣ ਵਾਸਤੇ ਇਹਦੀ ਗੱਲ ਕਰੋ, ਇਹ ਗਲਤ ਹੈ, ਇਹ ਚੇਂਜ ਨਹੀਂ ਲੈ ਕੇ ਆਉਣੇ ਚਾਹੀਦੇ, ਇਹ ਚੰਗੀ ਚੀਜ਼ ਹੈਗੀ, ਇਹ ਸਾਡੇ ਕਮਿਊਨਿਟੀ ਲਈ ਫਾਇਦਾ ਹੈਗਾ ਆ, ਇਹ ਸਾਡੀ ਗਲਤੀ ਨਹੀਂ ਹੈਗੀ, ਸਾਡੇ ਅੱਗੇ ਬੱਚੇ ਇਸ ਹਾਲਾਤਾਂ 'ਚ ਰਹਿੰਦੇ। ਬਿਕਾਜ਼ ਇਹ ਚੀਜ਼ ਜ਼ਰੂਰ ਜੱਜ ਉਹ ਕਰਨ ਗਈ ਸੀ, ਗਲਤੀ ਬੱਚੇ ਦੀ ਨਹੀਂ ਕਿਤੇ ਹੁੰਦੀ ਹੈਗੀ, ਗਲਤੀ ਮਾਪੇ ਦੀ ਹੁੰਦੀ ਹੈਗੀ, ਪਰ ਬੱਚੇ ਦਾ ਨੁਕਸਾਨ ਆਪਾਂ ਮਾਪੇ ਦੇ ਵਜ੍ਹਾ ਲਈ ਨਾ ਉਹਦੇ ਉੱਪਰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਹੈਗਾ। ਤੇ ਇਹ ਜੱਜ ਸਾਫ਼ ਲਿਖਤੀ ਰੂਪ ਦੇ ਵਿੱਚ ਜੱਜ ਓਕਲਟਨ ਨੇ ਕਹੀ ਸੀ। ਤਾਂ ਦੂਸਰੇ ਪਾਸੇ ਭਾਜੀ ਕੰਸਲਟੇਸ਼ਨ ਪੇਪਰ ਹੈਗਾ, ਤੁਸੀਂ ਇਸ ਪਬਲਿਕ ਮੈਂਬਰ ਐਸ ਪ੍ਰੋਫੈਸ਼ਨਲ ਬੋਡੀ ਜਾਂ ਤੁਸੀਂ ਸਰਕਾਰ ਨਾਲ ਜੁੜੇ ਹੈਗੇ ਆ, ਤੁਹਾਡਾ ਮੌਕਾ ਹੈਗਾ, ਤੁਸੀਂ ਕੰਸਲਟੇਸ਼ਨ ਦੇ ਵਿੱਚ ਹਿੱਸਾ ਪਾ ਸਕਦੇ ਹੈਗੇ ਆ, ਤੁਸੀਂ ਮੋੜੇ ਜਾ ਕੇ ਆਪਣੇ ਵਿਚਾਰ ਦੇ ਸਕਦੇ ਹੈਗੇ ਆ, ਤੁਸੀਂ ਲਿਖਤੀ ਰੂਪ ਦੇ ਵਿੱਚ ਤੁਸੀਂ ਕੁਛ ਆਪਣੇ ਜੋ ਵੀ ਵਿਊਜ਼ ਦੇਣੇ ਹੈਗੇ ਦੇ ਸਕਦੇ ਹੈਗੇ ਆ ਹਨਾ। ਚੰਗਾ ਹੋਇਆ ਜਾਂ ਮਾੜਾ ਹੋਇਆ ਜੋ ਵੀ ਹੈਗਾ ਤੁਸੀਂ ਲਿਖ ਸਕਦੇ ਹੈਗੇ। 6 ਹਫ਼ਤੇ ਹੈਗੇ, 6 ਹਫ਼ਤੇ ਬਾਅਦ 'ਚ ਦੇਖੀ ਨੇ ਸਾਰਿਆਂ ਦੇ ਵਿਚਾਰ ਲੈ ਕੇ ਫਿਰ ਦੇਖੀ ਨੇ ਆਪਣੀ ਰਿਪੋਰਟ ਤਿਆਰ ਕਰਨੀ, ਉਹਦੇ ਬਾਅਦ ਫਿਰ ਕਾਨੂੰਨ ਬਣਨਾ ਹੈਗਾ। ਸੋ ਹੱਲੇ ਵੀ ਮੌਕਾ ਹੈਗਾ, ਪਰ ਹੋਣਾ ਕੁਛ ਨਹੀਂਗਾ। ਪਤਾ ਕਿਉਂ ਜੀ? ਕਿਉਂਕਿ ਸਾਨੂੰ ਦੂਸਰਿਆਂ ਤੋਂ ਡਰ ਨਹੀਂ, ਸਾਨੂੰ ਆਪਣਿਆਂ ਤੋਂ ਡਰ ਆ। ਕਿਉਂ ਜਿਹੜਾ ਪਟੀਸ਼ਨ ਹੈ ਨਾ 5 ਹਫ਼ਤੇ ਉਹਨੂੰ ਹੋ ਗਿਆ ਤੇ ਉਹ ਅਜੇ 50,000 ਨਹੀਂ ਹੋਇਆ, ਤੇ ਇਹਦੇ ਤੇ ਕਿੱਦਾਂ ਲੋਕੀ ਕਰ ਦੋਗੇ? ਮੈਨੂੰ ਇਹੀ ਤਾਂ ਸਮਝ ਲੱਗਦੀ ਵੀ ਕਿਸੇ ਦਾ ਕੋਈ ਜੇ ਫਾਇਦਾ ਹੋ ਜਾਂਦਾ ਨਾ ਤੁਹਾਡਾ ਕੀ ਘਸ ਜਾਂਦਾ, ਪਰ ਲੇਕਿਨ ਅਸੀਂ ਕਰਨਾ ਨਹੀਂਗਾ, ਇਹ ਪ੍ਰੋਬਲਮ ਹੈ ਸਾਡੀ। ਭਾਜੀ ਮੈਂ 2-3 ਹੋਰ ਵੀ ਗਰੁੱਪਸ ਹੈਗੇ ਆ ਜੋ ਜੁੜੇ ਹੈਗੇ ਆ, ਜੋ ਸਟੇਟਲੈਸ ਦਾ ਕਾਫੀ ਪ੍ਰਮੋਸ਼ਨ ਵੀ ਕਰਦੇ ਆ, ਲੋਕਾਂ ਨੂੰ ਜਾਣਕਾਰੀ ਵੀ ਦਿੰਦੇ ਹੈਗੇ, ਚੰਗਾ ਕੰਮ ਵੀ ਕਰਦੇ ਆ। ਤਾਂ ਮੈਂ ਉਹਨਾਂ ਨੇ ਵੀ ਸਵੇਰੇ ਗੱਲ ਹੋਈ, ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਇਹ ਨੁਕਸਾਨ ਵੀ ਸਾਡਾ ਆਪਣਾ ਬਣਾਇਆ ਹੈਗਾ, ਤਾਂ ਕੱਲ ਨੂੰ ਕਿ ਨੁਕਸਾਨ ਕਿ ਸਾਡਾ ਹੋਇਆ, ਚਲੋ ਇਹਨਾਂ ਆਪਾਂ ਠੀਕ ਕਰ ਵੀ ਸਕਦੇ ਆ। ਯਕੀਨ ਕਰੋ, ਮੈਂ ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਦੇਖੀ ਤੁਹਾਡੇ ਕੋਲ 100 ਬੰਦੇ ਨਹੀਂ ਇਕੱਠੇ ਕਰ ਰਹੇ, ਅੱਗੇ ਤੁਹਾਡੇ ਗਰੁੱਪ 'ਚ 3000 ਬੰਦਾ ਨਾ, ਤੁਸੀਂ 100 ਬੰਦਾ ਇਕੱਠਾ ਕਰਾ ਕੇ ਉਹਨਾਂ ਤੋਂ ਪਟੀਸ਼ਨ ਸਾਈਨ ਕਰਾ ਦਿਓ ਜਾਂ ਕੰਸਲਟੇਸ਼ਨ ਹਿੱਸਾ ਪਾ ਦਿਓ, ਕਹਿਣ ਵਾਸਤੇ ਇਹ ਮਾੜੀ ਗੱਲ ਹੈਗੀ ਹੈ, ਤਾਂ ਦੱਸੋ ਕਿਉਂ ਮਾੜੀ ਗੱਲ ਹੈਗੀ ਆ। ਬਿਕਾਜ਼ ਰਿਐਲਿਟੀ ਦੇ ਵਿੱਚ ਹੁੰਦਾ ਹੋਰ ਕੁਛ ਹੈ, ਤਾਂ ਕਹਿਣ ਵਿੱਚ ਹੁੰਦਾ ਸ਼ਾਮ ਨੂੰ ਬਹਿ ਕੇ ਗੱਲਾਂ ਕਰਨੀ ਹੁੰਦੀ, ਆਪਾਂ ਆਹ ਸਵੇਰੇ ਕਰਨਾ, ਆਹ ਪਲੈਨਿੰਗ ਹੈ, ਉਹ ਕਿ ਵੀ ਗੱਲਾਂ 'ਚ ਹੀ ਰਹਿ ਜਾਂਦੀਆਂ, ਪਲੈਨਿੰਗ ਤੱਕ ਅੱਗੇ ਨਹੀਂ ਜਾਂਦੀ ਹੈਗੀ। ਤਾਂ ਭਾਜੀ ਕਦਮ ਚੱਕਣਾ ਬਹੁਤ ਜ਼ਰੂਰੀ ਹੈ। ਆ ਜਿਹੜੀ ਚੇਂਜਿਸ ਹੋਈਆਂ ਨਾ, ਸਵੇਰੇ ਗੱਲ ਕੀਤੀ ਸੀਗੀ, ਇਹਦੇ ਕਈ ਕਾਰਨ ਹੈਗੇ ਆ। ਇੱਕ ਜਿਹੜਾ ਕਾਰਨ ਦਿਸਦਾ ਹੈਗਾ ਕਿ ਅਸੀਂ ਜਦੋਂ ਪਹਿਲਾਂ ਤਾਂ ਕੁਝ ਹੋਰ ਹੁੰਦੇ ਆ, ਬਾਅਦ 'ਚ ਕੁਝ ਹੋਰ ਹੋ ਜਾਏਦਾ, ਠੀਕ ਹੈ। ਪਹਿਲਾਂ ਤਾਂ ਬਹੁਤ ਸਾਰੇ ਕਹਿੰਦੇ ਸੀਗੇ ਕਿ ਸਾਨੂੰ ਪੱਕੇ ਕਰ ਦਿਓ ਜੀ, ਅਸੀਂ ਸਰਕਾਰ 'ਤੇ ਬੋਝ ਨਹੀਂ ਬਣਨਾ। ਅਤੇ ਫਿਰ ਭਾਜੀ ਤੁਸੀਂ ਵੀ, ਤੁਹਾਨੂੰ ਵੀ ਪਤਾ ਹੈਗਾ, ਰੇਡੀਓ 'ਤੇ ਵੀ ਟੈਲੀਫੋਨ ਆਉਂਦੇ ਸੀ, ਸਾਨੂੰ ਜੀ ਚਾਈਲਡ ਬੈਨੀਫਿਟ ਮਿਲ ਸਕਦਾ। ਮੈਂ ਕਿਹਾ ਤਕਰੀਬਨ 2 ਮਹੀਨੇ ਇਹੀ ਐਵਰੀ ਅਦਰ ਕਾਲ ਜਿਹੜਾ ਸੀਗਾ ਨਾ ਉਹ ਇਹੀ ਸੀਗਾ, ਸਾਨੂੰ ਚਾਈਲਡ ਬੈਨੀਫਿਟ ਮਿਲ ਸਕਦਾ। ਅਤੇ ਹੁਣ ਫਿਰ ਪੈਂਡੈਮਿਕ ਦੇ ਦੌਰਾਨ ਜਿਹਨਾਂ ਨੂੰ ਨਹੀਂ ਵੀ ਸੀਗੀ ਉਹ ਵੀ ਕਹਿੰਦੇ ਜੀ ਨੋ ਰਿਕੋਰਸਿਸ ਟੂ ਪਬਲਿਕ ਫੰਡ ਜਿਹੜਾ ਇਹ ਰਿਮੂਵ ਕਰਦਾ ਹੈਗਾ। ਕਾਨੂੰਨ ਹੈਗਾ ਸਾਰਿਆਂ ਲਈ, ਪਰ ਅਸੀਂ ਕਈ ਵਾਰੀ ਗਲਤ ਫਾਇਦਾ ਉਠਾ ਕੇ ਵੀ ਆਪਣਾ ਕੰਮ ਖਰਾਬ ਨਹੀਂ ਕਰ ਲੈਂਦੇ। ਭਾਜੀ ਤੁਸੀਂ ਚਲੋ ਬਿਲਕੁਲ ਗੱਲ ਸਹੀ ਕੀਤੀ ਹੈਗੀ ਹੈ। ਪਹਿਲਾ ਰੋਲ ਤਾਂ ਇਹ ਪਿਆ ਸੀ, ਇੱਕ ਵਾਰੀ ਜਦੋਂ ਬੱਚਾ ਪੱਕਾ ਹੋ ਗਿਆ ਚਾਈਲਡ ਬੈਨੀਫਿਟ ਚਾਹੀਦੀ ਹੈ, ਹਾਂਜੀ, ਉਹਦੇ ਬਾਅਦ ਸਾਨੂੰ ਬਾਕੀ ਦੇ ਬੈਨੀਫਿਟਸ, ਹਾਊਸਿੰਗ ਬੈਨੀਫਿਟ, ਕਾਊਂਸਲ ਟੈਕਸ, ਯੂਨੀਵਰਸਲ ਕ੍ਰੈਡਿਟ ਹੋ ਜਾਵੇ, ਹਾਂਜੀ ਹਨਾ, ਨੋ ਰਿਕੋਰਸ ਪਬਲਿਕ ਫੰਡਸ ਉਹਨੂੰ ਹਟਾ ਭਾਜੀ, ਉਹ ਵੀ ਮਿਲ ਪਿਆ ਸੀ। ਉਹਦੇ ਬਾਅਦ ਚ ਜੋ ਫੀਸਾਂ ਹੈਗੀਆਂ, ਫੀਸਾਂ ਚਲੋ ਸਰਕਾਰ ਨੇ ਡਬਲ ਕੀਤੀਆਂ ਆਪਣਾ ਫਾਇਦਾ ਉਠਾਉਣ ਵਾਸਤੇ, ਹਾਂਜੀ, ਫਿਰ ਕੀ ਸ਼ੁਰੂ ਹੋ ਗਿਆ ਫੀ ਵੇਵਰ, ਫੀਸ ਮਾਫ ਹੋ ਜਾਵੇ ਸਾਡੀ, ਹਾਂਜੀ। ਸੋ ਸਰਕਾਰ ਵੱਲੋਂ ਭਾਜੀ ਬਹੁਤ ਕਹਿੰਦੇ ਨਾ ਫਾਇਦੇ ਪਲੱਸ ਪੁਆਇੰਟ ਮਿਲਦੇ ਆ, ਪਰ ਕਿਹਨੂੰ ਮਿਲਣੇ ਚਾਹੀਦੇ ਹੈਗੇ ਆ? ਮੈਂ ਫੇਰ ਗੱਲ ਕਰ ਦਿੰਦਾ, ਜਿੱਥੇ 10 ਸਟੇਟਲੈਸਿੰਗ ਐਪਲੀਕੇਸ਼ਨ ਆਉਂਦੀਆਂ ਸੀ, ਹੁਣ ਹਜ਼ਾਰਾਂ ਦੇ ਹਿਸਾਬ ਨਾਲ ਆਉਂਦੀਆਂ। ਉਹ 10 ਫੈਮਲੀਆਂ ਨੂੰ ਇਹ ਹੱਕ ਸੀ ਨਾ, ਜੋ ਬਾਕੀਆਂ ਨੂੰ ਜੋ ਬਾਅਦ ਚ ਮਿਲਿਆ, ਜੋ ਵੀ ਲੂਪ ਹੋਲ ਆਪਾਂ ਜੋ ਕੱਢ ਲਿਆ, ਜੋ ਵੀ ਆਪਾਂ ਕਹਿ ਦਈਏ ਉਸ ਵਕਤ ਦੇ ਹਿਸਾਬ ਨਾਲ ਆਪਾਂ ਕੇਸ ਜਿੱਤਿਆ ਸੀ, ਹਾਂਜੀ। ਪਰ ਕਿਸਨੇ ਇਹ ਕਦੇ ਸੋਚਿਆ ਸੀ ਇੰਨੇ ਲੱਖਾਂ ਦੇ ਹਿਸਾਬ ਨਾਲ, ਤਾਂ ਅੱਗੇ ਲੱਖਾਂ ਦੇ ਹਿਸਾਬ ਨਾਲ ਲੋਕ ਅਪਲਾਈ ਕੀਤਾ, ਤੇ ਕਰੋੜਾਂ ਦੇ ਹਿਸਾਬ ਨਾਲ ਓਬਵੀਅਸਲੀ ਫਿਰ ਸਰਕਾਰ ਦਾ ਵੀ ਨੁਕਸਾਨ ਹੋਇਆ ਹੋਣਾ। ਨਹੀਂ ਦੇਖੋ ਹੁਣ ਇੰਨੇ ਪੈਸੇ ਦਿੰਦੇ ਆ, ਜਿੰਨੇ ਕੇਸਿਸ ਹੋਏ ਹੈਗੇ ਆ,
ਜਿਹੜੇ ਬੱਚੇ ਆ ਉਹਨਾਂ ਨੂੰ ਚਾਈਲਡ ਬੈਨੀਫਿਟ ਦਿੱਤਾ ਹੋਊਗਾ ਉਹ ਗੌਰਮੈਂਟ ਨੇ ਦਿੱਤਾ ਹੋਊਗਾ। ਜਿਨ੍ਹਾਂ ਦੇ ਹੁਣ ਫੀ ਵੇਵਰ ਆ ਜਾਂ ਰਿਕੋਰਸਿਸ ਟੂ ਪਬਲਿਕ ਫੰਡ ਜਿਹੜਾ ਰਿਮੂਵ ਕੀਤਾ ਹੈਗਾ ਉਹ ਖਰਚਾ ਤਾਂ ਗੌਰਮੈਂਟ 'ਤੇ ਹੀ ਪੈਣਾ ਹੈਗਾ ਨਾ। ਅਗਲੀ ਤਾਂ ਹੀ ਉਹ ਕਹਿੰਦੇ ਆ ਨਾ ਕਿ ਇਹ ਜਦੋਂ ਬਜਟਿੰਗ ਕਰਦੇ ਦੇਖਦੇ ਆ ਨਾ ਕਿ ਕਿੱਥੇ ਕਿੱਥੇ ਪੈਸੇ ਜਾਂਦੇ ਆ। ਬਿਲਕੁਲ ਸਹੀ। ਪਰ ਭਾਜੀ ਇੱਕ ਚੀਜ਼ ਮੈਂ ਹੋਰ ਵੀ ਦੇਖੀ ਨਾ ਸਾਡੀ ਕਮਿਊਨਿਟੀ ਦੇ ਵਿੱਚ, ਤਾਂ ਮੈਨੂੰ ਪਤਾ ਕਈ ਨੂੰ ਸ਼ਾਇਦ ਹੁਣ ਦੱਸ ਲੱਗਣਾ, ਆਪਾਂ ਕਈ ਵਾਰੀ ਨਾ ਆਪਾਂ ਕਹਿੰਦੇ ਸਾਰਾ ਹੱਕ ਬਣਦਾ ਆ, ਹਨਾ, ਇਹ ਸਾਰਾ ਰਾਈਟ ਆ, ਤੇ ਜਿਹੜਾ ਰਾਈਟ ਆਪਾਂ ਮਨਾਉਂਦੇ ਆ ਜਾਂ ਹੱਕ ਮੰਗਦੇ ਆ, ਆਪਾਂ ਗਲਤ ਕਦਮ ਚੱਕ ਕੇ ਮੰਗ ਰਹੇ ਆ। ਹਾਂਜੀ, ਇਹ ਆਪਾਂ ਗਲਤ ਕਦਮ ਚ ਹੁੰਦੇ, ਬੰਦਾ ਉਹਦਾ ਕੱਚਾ ਰਹਿੰਦਾ, ਜਾਣ ਕੇ ਕੱਚੇ ਰਹਿੰਦੇ, ਜਾਣ ਕੇ ਆਪਾਂ ਓਵਰਸਟੇ ਹੁੰਦੇ ਹੈਗੇ, ਵਾਪਸ ਨਹੀਂ ਜਾਂਦੇ ਹੈਗੇ। ਚਲੋ ਠੀਕ ਹੈ, ਮਜਬੂਰੀਆਂ ਜੋ ਮਰਜ਼ੀ ਹੋਏ, ਪਰ ਆਪਾਂ ਚੀਜ਼ ਨੂੰ ਕਈ ਵੀ ਇੰਨੀ ਐਕਸਟੈਂਡ ਤੱਕ ਖਿੱਚ ਲੈਂਦੇ ਹਾਂ ਤੇ ਬਾਅਦ ਚ ਕਹਿੰਦੇ ਆਪਾਂ ਸਾਨੂੰ ਹਰ ਇੱਕ ਚੀਜ਼ ਦਾ ਸਾਨੂੰ ਰਾਈਟ ਹੋਣਾ ਚਾਹੀਦਾ ਹੈਗਾ। ਤੇ ਜਿੱਥੇ ਕਈ ਵਾਰੀ ਸਾਨੂੰ ਜੋ ਮੌਕਾ ਜਾਂ ਹਾਲਾਤਾਂ ਦੇ ਹਿਸਾਬ ਨਾਲ ਹੁੰਦਾ ਉਹ ਗੱਲ ਵੱਖਰੀ ਹੁੰਦੀ ਹੈ, ਹਨਾ। ਪਰ ਕਈ ਵਾਰੀ ਮੈਂ ਕਹਿੰਦਾ ਆਪਾਂ ਹਾਲਾਤਾਂ ਛੱਡ ਕੇ ਆਪਾਂ ਹੱਕ ਮੰਗਣ ਲੱਗ ਜਾਂਦੇ ਹੈਗੇ, ਤਾਂ ਓਬਵੀਅਸਲੀ ਮੈਂ ਫਿਰ ਉੱਥੇ ਗੱਲ ਕਹਿੰਦਾ, ਕੋਈ ਵੀ ਦੂਸਰੇ ਘਰ ਚ ਜਾ ਕੇ ਆਪਾਂ ਹੱਕ ਮੰਗਣ ਲੱਗ ਜਾਂਦੇ ਤਾਂ ਮਕਾਨ ਮਾਨੇ ਤਾਂ ਉਹਨਾਂ ਨੇ ਕਹਿੰਦੇ ਤਾਂ ਸਾਡਾ ਘਰ ਆ। ਸੋ ਯੂਕੇ ਸਰਕਾਰ ਵੀ ਇਹ ਕਹਿ ਰਹੀ ਹੈ ਤਾਂ ਸਾਡਾ ਘਰ ਆ। ਹਾਂ, ਜੇ ਆਪਾਂ ਫਰਲੋ ਦੀ ਗੱਲ ਕਰੀਏ ਨਾ ਤੇ ਕਈਆਂ ਦਾ ਤਾਂ ਇਹੀ ਆ ਕਿ ਜਿੰਨਾ ਫੜ ਹੁੰਦਾ ਫੜ ਲਓ, ਹਨਾ। ਪਰ ਬਾਕੀਆਂ ਦਾ ਕੰਮ ਖਰਾਬ ਹੁੰਦਾ ਉਹ ਹੋ ਲੈਂਦੇ ਹੋ, ਅਸੀਂ ਫੜ ਲਈਏ। ਜਦੋਂ ਇਹ MK ਦਾ ਕੇਸ ਸ਼ੁਰੂ ਹੋਇਆ ਸੀਗਾ ਉਦੋਂ ਇੱਕ ਹੋਰ ਵੀ ਗੱਲ ਬਹੁਤ ਹੋਈ ਸੀਗੀ ਕਿ ਜਦੋਂ ਪੱਕੇ ਹੋ ਗਏ ਸੀਗੇ ਨਾ ਤੇ ਫਿਰ ਸੈਪਰੇਸ਼ਨ ਹੋਣ ਲੱਗ ਪਈ ਸੀਗੀ। ਬਹੁਤ ਸਾਰੇ ਪੱਕੇ ਹੋ ਕੇ ਉਹ ਕੁੜੀਆਂ ਨੂੰ ਛੱਡ ਗਏ ਸੀ ਜਾਂ ਕੁੜੀਆਂ ਮੁੰਡਿਆਂ ਨੂੰ ਛੱਡ ਗਈਆਂ ਸੀ। ਬਹੁਤ ਸਾਰੇ ਜਿਹੜੇ ਸੈਪਰੇਸ਼ਨ ਕੇਸਿਸ ਜਿਹੜੇ ਸੀਗੇ ਤੁਸੀਂ ਦੱਸਦੇ ਸੀਗੇ ਕਿ ਬਹੁਤ ਸਾਰੇ ਹੋਏ ਹੈਗੇ ਆ। ਭਾਜੀ ਆਹ ਜਿੱਦਣ ਕਾਨੂੰਨ ਬਣ ਗਿਆ ਨਾ ਜੀ, ਹੁਣ ਰੱਬ ਤੋਂ ਡਰ ਕੇ ਮੈਂ ਗੱਲ ਕਰਨਾ, ਕਿਸੇ ਦੇ ਘਰ ਹੋਵੇ ਨਾ, ਪਰ ਲੇਕਿਨ ਹੁਣ ਤਾਂ ਜ਼ਿਆਦਾ ਖਤਰਾ ਹੈਗਾ ਨਾ ਸੈਪਰੇਸ਼ਨ ਹੋਣ ਦਾ। ਭਾਜੀ ਮੈਂ ਇੱਕ ਚੀਜ਼ ਦੇਖੇਗੀ ਜੋ ਮੈਨੂੰ ਵੀ ਮੈਂ ਹਿਸਾਬ ਨਾਲ, ਮੈਨੂੰ ਭਾਜੀ 22-23 ਸਾਲ ਹੋ ਗਏ ਹੁਣ ਵਕਾਲਤ ਕਰਦੇ ਨੇ ਇਮੀਗ੍ਰੇਸ਼ਨ ਦੀ ਗੱਲਾਂ, ਹਾਂਜੀ, ਹਨਾ। ਮੈਂ ਛੋਟੇ ਹੁੰਦੇ ਤਾਂ ਬਿਲਕੁਲ ਤਾਂ ਮੈਂ ਬਹੁਤ ਘੱਟ ਸੁਣੀਦਾ ਸੀ ਡਿਵੋਰਸ ਹੁੰਦੇ ਨੂੰ, ਸੈਪਰੇਸ਼ਨ ਹੁੰਦੇ ਨੂੰ, ਹਨਾ। ਕਿ ਡਿਵੋਰਸ ਕਦੇ ਨਾਂ ਵੀ ਸੁਣਦੇ ਨੇ, ਫਿਲਮ ਦੇ ਵਿੱਚ ਸ਼ੀਸ਼ਾ ਟੁੱਟਦਾ ਹੁੰਦਾ ਤਾਂ ਏਦਾਂ ਲੱਗਦਾ ਸੀ ਨਾ, ਡਿਵੋਰਸ ਡੀ ਦਾ ਵਰਡ ਸ਼ੁਰੂ ਕਰਤਾ ਨਾ। ਹਾਂਜੀ ਭਾਈ ਹੁਣ ਤਾਂ ਸੈਕੰਡ ਥਰਡ ਡਿਵੋਰਸ ਵੀ ਕੋਈ ਮਾਮੂਲੀ ਗੱਲ ਹੈਗੀ ਆ, ਹਨਾ। ਬੱਚੇ ਵੀ ਸਾਰੇ ਸੈਕੰਡ ਥਰਡ ਰਿਲੇਸ਼ਨਸ਼ਿਪ ਚ ਵੀ ਸਾਨੂੰ ਨੁਕਸਾਨ ਨਹੀਂ ਪੈਂਦਾ ਹੈਗਾ। ਸਾਨੂੰ ਰਿਸ਼ਤਾ ਤੋੜਨ ਚ ਆਪਾਂ 1-2 ਮਿੰਟ ਨਹੀਂ ਆਪਾਂ ਸੋਚਦੇ ਹੈਗੇ, ਹਨਾ। ਡੋਮੈਸਟਿਕ ਵਾਇਲੈਂਸ ਵੀ ਹਾਂ ਸਾਡੇ ਫੈਮਿਲੀ ਚ ਇਸ਼ੂਜ਼ ਹੈਗਾ, ਐਲਕੋਹਲਿਜ਼ਮ ਵੀ ਆ ਚੁੱਕੀ ਭਾਜੀ, ਡਰੱਗਸ ਵੀ ਹੈ ਨਾ। ਮੈਂ ਕਿੰਨੀ ਸਟੋਰੀਆਂ ਸੁਣਦਾ ਹੈਗਾ ਜੋ ਰਿਸ਼ਤੇ ਟੁੱਟਦੇ ਬਿਕੋਜ਼ ਮੁੰਡੇ ਨਸ਼ੇ ਕਰਦੇ। ਨਸ਼ੇ ਵੀ ਭਾਜੀ ਮੈਂ ਕਹਿੰਦਾ ਨਵੇਂ ਤੋਂ ਨਵੇਂ, ਹਨਾ। ਸਾਡੀ ਕਮਿਊਨਿਟੀ ਗੱਲਾਂ ਹੋ ਰਹੀਆਂ ਹੈਗੀਆਂ, ਹਨਾ। ਤਾਂ ਗੱਲ ਉੱਥੇ ਆ ਗਈ, ਪੇਸ਼ੈਂਸ ਸਾਡੇ ਕੋਲ ਰੱਤਾ ਨਹੀਂ ਹੈਗੀ, ਜਾਂ ਆਪਾਂ ਰਿਲੀਜਨ ਸਾਨੂੰ ਸਾਥ ਨਹੀਂ ਦੇ ਰਿਹਾ ਹੈਗਾ, ਜਾਂ ਆਪਾਂ ਮੈਟੀਰੀਅਲਿਸਟਿਕ ਹੋ ਚੁੱਕੇ ਹੈਗੇ ਆ। ਪਰ ਕੁਛ ਨਾ ਕੁਛ ਡੈਫੀਨਿਟਲੀ ਬਿਮਾਰੀ ਜਾਂ ਕੈਂਸਰ ਸਾਡੀ ਕਮਿਊਨਿਟੀ ਚ ਆਈ ਹੈਗੀ ਹੈ ਜੋ ਆਪਾਂ ਰਿਸਪੈਕਟ ਨਹੀਂ ਕਰਦੇ ਇੱਕ ਦੂਜੇ ਨੂੰ। ਲੇਕਿਨ ਅਜੇ ਵੀ ਹੋ ਰਿਹਾ, ਹਨਾ। ਜਿਹੜੇ ਮੈਂ ਸਾਰੇ ਨਹੀਂ ਕਹਿੰਦਾ, ਮੈਂ ਸਾਰੇ ਕਹਿੰਦਾ ਮਾੜੇ, ਬਹੁਤ ਸਾਰੇ ਕੇਸਿਸ ਆਏ ਹੈਗੇ ਆ ਜਿੱਥੇ ਪਹਿਲਾਂ ਲੜਕੀਆਂ ਡਿਵੋਰਸ ਸੀਗੀਆਂ, ਉਹਨਾਂ ਦੇ 2 ਬੱਚੇ ਸੀਗੇ, ਤੇ ਫਿਰ ਕੋਈ ਕੱਚਾ ਕਹਿੰਦਾ ਕਿ ਕੋਈ ਗੱਲ ਨਹੀਂ, ਲੈ ਜੀ ਮੇਰੇ ਵੀ ਬੱਚੇ ਹੀ ਆ ਇਹ। ਪਰ ਲੇਕਿਨ ਜਦੋਂ ਉਹ ਪੱਕੇ ਹੋ ਗਏ ਤੇ ਉਹੀ ਜਿਹੜੇ ਬੱਚੇ ਆ ਉਹਨਾਂ ਨੂੰ ਮਾੜੇ ਲੱਗਣ ਲੱਗ ਪਏ ਤੇ ਫਿਰ ਉਹਨਾਂ ਨੂੰ ਛੱਡ ਕੇ ਚਲੇ ਗਏ। ਤੇ ਜਦੋਂ ਪਤਾ ਲੱਗਾ ਉਹ ਤਾਂ ਜੀ ਇੰਡੀਆ ਜਾ ਕੇ ਵਿਆਹ ਵੀ ਕਰ ਆ ਗਿਆ। ਇੰਡੀਆ 'ਚ ਜਾ ਕੇ ਛਿੱਤਰ ਵੀ ਲੋਕਾਂ ਨੇ ਬਹੁਤ ਖਾਧੇ ਆ, ਕਿਉਂਕਿ ਇੱਥੇ ਡਿਵੋਰਸ ਨਹੀਂ ਸੀ ਹੋਇਆ, ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ, ਹਨਾ। ਤੇ ਫਿਰ ਬਾਅਦ ਵਿੱਚ ਛੜਾ ਵੀ ਮਾਰਨ ਲੱਗ ਪਏ। ਤੇ ਇੱਦਾਂ ਭਾਜੀ ਇਹ ਡਰ ਹੈਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿਤੇ ਇਹ ਨਾ ਹੋ ਜਾਵੇ ਜਿਹੜਾ ਕਿ ਪਿਛਲੇ 5 ਸਾਲ ਪਹਿਲਾਂ ਹੋਇਆ ਸੀ। ਭਾਜੀ ਇਹ ਵੀ ਮੈਂ ਕਹਿੰਦਾ ਇਹ ਬਹੁਤ ਸਾਈਡਸ ਆ, ਇਹ ਨਾ ਸੋਚੇ ਸਿਰਫ ਮੁੰਡੇ ਕਰਦੇ, ਹਾਂ ਨਹੀਂ ਕੁੜੀਆਂ ਵੀ ਕਰਦੀਆਂ, ਹਨਾ। ਤਾਂ ਇਹ ਆਪਾਂ ਵਿਆਹ ਦੇ ਰਿਸ਼ਤੇ ਇੰਡੀਆ 'ਚ ਕਰਦੇ, ਉਹ ਵੀ ਹੁੰਦੇ, ਕਈ ਕੁੜੀਆਂ ਆ ਕੇ, ਕਈ ਰਿਸ਼ਤੇ ਉਹਨਾਂ ਪੱਲੂ ਹੁੰਦੇ ਉਹ ਵੀ ਆ ਕੇ ਫਿਰ ਸੱਦਣੇ ਹੁੰਦੇ ਹੈਗੇ। ਸੋ ਡੋਮੈਸਟਿਕ, ਸੋ ਦੇयर ਆਰ ਲੋਟ ਆਫ ਥਿੰਗਸ ਭਾਜੀ। ਮੈਂ ਕਹਿੰਦਾ ਇਟਸ ਅ ਵਾਸਟ ਟੌਪਿਕ, ਪਰ ਇਹ ਤਾਂ ਸਿਰਫ ਸ਼ਾਇਦ ਇੱਕ ਮੌਕਾ ਹੁਣ ਬਣ ਗਿਆ ਗੱਲਾਂ ਕਰਨ ਵਾਸਤੇ। ਪਰ ਕਈ ਵਾਰੀ ਚੀਜ਼ ਸੇਲ ਸਿੰਪਲ ਨਹੀਂ ਹੁੰਦੀ ਜਿੰਨਾ ਆਪਾਂ ਕਈ ਵਾਰੀ ਸੋਚਦੇ ਹੈਗੇ ਆ। ਸੋ ਡੈਫੀਨਿਟਲੀ ਸਟੇਟਲੈਸ ਕੇਸ ਇੱਕ ਬਹੁਤ ਵਧੀਆ ਰਸਤਾ ਸੀ ਉਸ ਵਕਤ। ਹੁਣ 3 ਸਾਲ ਪੁਰਾਣੀ ਗੱਲ ਹੈ, ਮੈਂ ਕਰਨ ਲੱਗਾ 3-4 ਸਾਲ ਹੀ ਹੋ ਗਈ ਹੈ ਜਿਵੇਂ ਕੰਮ ਸ਼ੁਰੂ ਕੀਤਾ ਸੀ, ਹਨਾ। ਪਰ ਓਬਵੀਅਸਲੀ ਸਿੰਸ ਦੈਨ ਕੀ ਹੋਇਆ ਕਮਿਊਨਿਟੀ 'ਚ, ਕੀ ਹੁੰਦਾ ਤੇ ਕੀ ਨਹੀਂ ਹੋ ਰਿਹਾ, ਓਬਵੀਅਸਲੀ ਆਪਾਂ ਆਪ ਹੀ ਦੇਖਦੇ ਹੈਗੇ ਆ। ਠੀਕ ਹੈ, ਤੁਹਾਡਾ ਕੀ ਖਿਆਲ ਹੈ ਕਿ ਕਿੱਧਰ ਨੂੰ ਕੰਮ ਜਾਊਗਾ ਭਾਜੀ? ਹੁਣ ਜਦੋਂ ਤੱਕ ਮੈਂ ਹੈਗਾ, ਹੁਣ ਵਕੀਲ ਵੀ ਹੈਗਾ ਆ, ਸਟੇਟਸ ਕੇਸ ਵੀ ਸ਼ੁਰੂ ਕੀਤਾ ਸੀ, ਮੈਂ ਤਾਂ ਨਹੀਂ ਪਿੱਛੇ ਹਟਣਾ ਹੈਗਾ, ਮੈਂ ਤਾਂ ਲੜੂੰਗਾ, ਹਨਾ। ਕੰਸਲਟੇਸ਼ਨ 'ਚ ਵੀ ਹਿੱਸਾ ਮੈਂ ਪਾ ਰਿਹਾ ਹੈਗਾ, ਆਈ ਰਜਿਸਟਰ ਮਾਈ ਵਿਊਜ਼। ਸੋ ਜਿੰਨਾ ਤੱਕ ਮੈਂ ਕਰ ਸਕਦਾ ਮੈਂ ਤਾਂ ਕਰੂੰਗਾ, ਤਾਂ ਆਈ'll fight for this ਭਾਜੀ for as long as I can, ਹਨਾ। ਬਾਕੀ ਦਾ ਸਾਥ ਚਾਹੀਦਾ। ਮੈਨੂੰ ਪਤਾ, ਮੈਂ ਕਈ ਵਾਰ ਅੱਜ ਮਨ 'ਚ ਸੋਚਦਾ ਸੀ
3-4 ਸਾਲ ਪਿੱਛੇ ਜਿਹਨੇ ਸ਼ੁਰੂ ਕੀਤਾ ਸੀ ਬਹੁਤ ਘੱਟ ਲੋਕ ਸੀ ਜਿਹਨੇ ਮੇਰਾ ਸਾਥ ਦਿੱਤਾ। ਇਨਫੈਕਟ ਲੋਕਾਂ ਨੇ ਸ਼ਿਕਾਇਤਾਂ ਬੜੀਆਂ ਕੀਤੀਆਂ ਸੀ। ਹਾਂ ਉਹ ਤਾਂ ਪਤਾ ਹੀ ਸੀਗਾ। ਆਫਕਮ ਨੂੰ ਕਹਿ ਲਓ ਭਾਜੀ, ਲੋ ਸੁਸਾਇਟੀ ਨੂੰ ਕਹਿ ਲਓ ਨਾ, ਟੀਵੀ ਤੇ ਜਾ ਕੇ ਵੱਧ ਘੱਟ ਬੋਲਣਾ ਨਾ, ਤਾਂ ਹਲੇ ਵੀ ਸੁਣੀਦਾ ਆ। ਪਰ ਅੱਗੇ ਤੁਸੀਂ ਚਾਹੁੰਦੇ ਸਾਥ ਦੇਣ ਵਾਸਤੇ ਸਾਥ ਦਿਓ, ਮੈਂ ਇੱਥੇ ਹੀ ਹਾਂ ਜੀ, ਮੈਂ ਕਿਤੇ ਜਾ ਨਹੀਂ ਰਿਹਾ, ਹਰ ਇੱਕ ਹਫ਼ਤੇ ਆਈਦਾ ਹੈਗਾ। ਆਮ ਦੇਅਰ ਫॉर ਸਕੂਟਨੀ ਭਾਜੀ, ਹਨਾ, ਕਿਸ ਨੇ ਕੁਛ ਵੱਧ ਕਹਿਣਾ ਜਾਂ ਵੱਧ ਕਹਿਣਾ ਕਹਿ ਸਕਦੇ ਹੈਗੇ ਆ, ਸੁਣਨ ਵੀ ਤਿਆਰ ਹੈਗਾ ਅੱਗੇ, ਪਰ ਅੱਗੇ ਕੁਛ ਕਰ ਵੀ ਸਕਦਾ ਭਲਾ। ਆਈ ਵੁੱਡ ਡੈਫੀਨਿਟਲੀ ਟ੍ਰਾਈ ਟੂ ਹੈਲਪ ਭਾਜੀ। ਹਾਂਜੀ, ਕਿਉਂਕਿ ਅਸੀਂ ਉਹ ਜਿਹੜੀ ਕੰਸਲਟੇਸ਼ਨ ਹੈ ਉਹ ਪੰਜਾਬੜੀ ਦੇ ਫੇਸਬੁੱਕ ਪੇਜ 'ਤੇ ਪਾ ਦਿੱਤੀ ਹੈਗੀ ਆ, ਅਤੇ ਉੱਥੇ ਜਾ ਕੇ ਤੁਸੀਂ ਆਪਣੇ ਵਿਊਜ਼ ਦੇ ਸਕਦੇ ਆ। ਅਤੇ ਉਹ ਜਿਹੜੀ ਕੰਸਲਟੇਸ਼ਨ ਆ ਉਹਦੇ 'ਤੇ ਤੁਸੀਂ ਆਪਣੀ MP ਨੂੰ ਵੀ ਕਹਿ ਸਕਦੇ ਆ ਕਿ ਇਹਦੇ 'ਤੇ ਕਰਨਾ ਚਾਹੀਦਾ, ਕਿਉਂਕਿ ਜੇ ਆਪਾਂ ਸਾਈਟ ਦੇਖੀਏ MP ਦੀ, ਦੇ ਵਰਕ ਫਿਊ, ਉਹ ਤੁਹਾਡੇ ਲਈ ਕੰਮ ਕਰਦੇ ਹੈਗੇ, ਪਰ ਲੇਕਿਨ ਅਸੀਂ ਕਈ ਵਾਰੀ ਅੱਗੇ ਨਹੀਂ ਜਾਂਦੇ ਹੈਗੇ। ਪਰ ਲੇਕਿਨ ਜਿੱਦਾਂ ਆਪਾਂ ਪਹਿਲਾਂ ਕਿਹਾ ਸੀਗਾ ਕਿ ਜਿਸ ਹਿਸਾਬ ਦੇ ਨਾਲ ਆਪਾਂ ਪਟੀਸ਼ਨ ਪੁਰਾਣਾ ਦੇਖੀਏ ਨਾ, ਜਿਹੜਾ ਐਮਨੈਸਟੀ ਵਾਲਾ ਸੀਗਾ, ਉਸ ਹਿਸਾਬ ਦੇ ਨਾਲ ਤਾਂ ਭਾਜੀ ਕੰਸਲਟੇਸ਼ਨ ਹੋਣੀ ਥੋੜ੍ਹੇ ਘੱਟੇ ਹੀ ਚਾਂਸਿਸ ਲੱਗਦੇ ਆ, ਕਿਉਂਕਿ ਆਪਾਂ ਇੱਦਾਂ ਦਾ ਭਲੇ ਦਾ ਤਾਂ ਕੰਮ ਕਰਨਾ ਹੀ ਨਹੀਂ ਹੁੰਦਾ ਨਾ ਭਾਜੀ। ਜੁਲਾਈ ਤੱਕ ਟਾਈਮ ਹੈਗਾ, ਸੋ ਆਪਾਂ ਤਾਂ ਹਾਲੇ ਕੰਟੀਨਿਊ ਰੌਲਾ ਪਾਈ ਜਾਵਾਂਗੇ। ਸੌਰੀ, ਮੈਂ ਕਿਹਾ ਮਈ ਤੱਕ ਆ। ਆਈ ਥਿੰਕ ਜੁਲਾਈ ਚੈੱਕ ਕੀਤਾ ਸੀ ਕੱਲ ਪਾਸ ਭਾਜੀ, ਜੁਲਾਈ ਤੱਕ ਟਾਈਮ ਉਹਨਾਂ ਦਾ ਹੈਗਾ ਹਲੇ, ਸੋ ਹਲੇ ਮਹੀਨੇ ਕੁ 2 ਹੈਲੇ ਅੱਗੇ ਵਿੱਚ। ਆਲ ਡਬਲ ਚੈੱਕ ਅਗੇਨ ਭਾਜੀ। ਨਹੀਂ, ਮਈ ਚੱਕ, ਜੁਲਾਈ ਤੱਕ ਨਹੀਂਗਾ। ਅੱਛਾ ਠੀਕ ਹੈ, ਜਿਹੜੀ 2 ਮਹੀਨੇ ਤਾਂ ਫਿਰ ਵੀ ਹੈਗੇ ਨਾ। ਹਾਂਜੀ, ਪਰ ਆਹ ਕੰਸਲਟੇਸ਼ਨ ਭਾਜੀ ਇਹ ਮੈਂ ਜ਼ਰੂਰ ਕਹਾਂਗਾ, ਜਿੰਨੇ ਹੁਣ ਤਾਂ ਲੱਖਾਂ ਦੇ ਸਾਹਮਣੇ ਜੱਜ ਗਿਣਤੀ ਹੋਣੀ ਨਾ। ਸੌਰੀ ਭਾਜੀ, ਜਿਹੜਾ ਕੰਸਲਟੇਸ਼ਨ ਹੈ ਨਾ ਜੀ, ਉਹ 11:15 ਵਜੇ 6 ਮਈ ਨੂੰ ਖਤਮ ਹੋਣਾ ਹੈਗਾ। ਨਹੀਂ, ਸੋ ਤੁਸੀਂ ਇਹਦੀ ਕੰਸਲਟੇਸ਼ਨ ਦੀ ਗੱਲ ਕਰਦੇ ਨਾ? ਹਾਂਜੀ ਹਾਂਜੀ, ਸੌਰੀ, ਮੈਂ ਤੁਹਾਡੀ ਉਹ ਪਟੀਸ਼ਨ ਉਹ ਅੱਛਾ, ਉਹ ਦੂਸਰੇ ਪਟੀਸ਼ਨ ਦੀ ਐਮਨੈਸਟੀ ਵਾਲੇ ਦੀ ਐਮਨੈਸਟੀ ਦੀ ਗੱਲ ਕਰਦਾ। ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਤਾਂ ਮਈ ਤੱਕ ਹੈਗੀ ਹੈ, ਪਰ ਨਹੀਂ, ਜਿਹਨੇ ਕੰਸਲਟੇਸ਼ਨ ਸਭ ਪਾਉਣਾ, ਇਨਫੈਕਟ ਸਾਰੇ ਪਾਉਣ ਦੀ ਕੋਸ਼ਿਸ਼ ਕਰੋ। ਸਪੈਸ਼ਲੀ ਇਹ ਨਾ ਹੈਗਾ ਹੁਣ ਤੁਹਾਡਾ ਕੰਮ ਹੋ ਗਿਆ, ਤੁਸੀਂ ਚੇਤਾ ਭੁਲਾਤਾ ਹੈਗਾ, ਹਨਾ। ਬਾਕੀ ਦਾ ਵੀ ਹੁਣ ਖਿਆਲ ਰੱਖੋ ਜਿਨ੍ਹਾਂ ਦੇ ਹਲੇ ਹੁਣ ਹੋਣੇ ਸੀ, ਕਿ ਤੁਸੀਂ ਆਪ ਖੁਦ ਦੇ ਸਟੇਟਲੈਸ ਦੇ ਬੇਸ ਦੇ ਉੱਪਰ ਪੱਕੇ ਹੋਏ ਆ, ਬੱਚਿਆਂ ਦੇ ਵਿੱਚ ਪੱਕੇ ਹੋਏ ਆ। ਕਿਉਂਕਿ ਕਈਆਂ ਦੇ ਜਿਹੜੇ ਸੁਪਨੇ ਆ ਨਾ ਚੱਕਣਾ ਚੂਰ ਹੋ ਗਏ ਹੈਗੇ ਆ, ਪਰ ਆਪਾਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿਸੇ ਦੇ ਜਿਹੜੇ ਸੁਪਨੇ ਆ ਉਹ ਚੁਕਣਾ ਚੂਰ ਨਾ ਹੋਣ, ਸਾਰਿਆਂ ਦੇ ਜਿਹੜੇ ਸੁਪਨੇ ਆ ਉਹ ਸਾਕਾਰ ਹੋਣ। ਇਹੀ ਕਰ ਸਕਦੇ ਹਾਂ, ਅਤੇ ਆਪਾਂ ਤਾਂ ਅਵੇਅਰ ਕਰ ਸਕਦੇ ਹਾਂ, ਬਾਕੀ ਕਰਨਾ ਹੈਗਾ ਉਹ ਤਾਂ ਸਾਰਿਆਂ ਦੇ ਬਾਕੀਆਂ ਦੇ ਹੱਥ ਵਸ ਹੈਗਾ ਨਾ ਜੀ। ਤੇ ਅੱਗੇ ਤੁਹਾਨੂੰ ਗੱਲ ਚੰਗੀ ਲੱਗਦੀ ਸਾਡੀ, ਤੇ ਅੱਗੇ ਸਾਡੇ ਬਿਆਨ ਚੰਗੇ ਲੱਗਦੇ, ਤਾਂ ਤੁਸੀਂ ਚਾਹੁੰਦੇ ਇੱਦਾਂ ਹੀ ਆਪਾਂ ਇਨਫੋਰਮੇਸ਼ਨ ਸ਼ੇਅਰ ਕਰੀ ਜਾਈਏ, ਤੇ ਤੁਹਾਨੂੰ ਹੈਲਪ ਹੋਵੇ, ਤਾਂ ਚੇਤਾ ਨਾ ਭੁੱਲਿਓ ਸਟੈਂਡਿੰਗ ਆਰਡਰ ਜ਼ਰੂਰ ਪੜ੍ਹ ਦਿਓ। ਹਾਂ, ਦੇਖ ਲਓ ਕਿ ਈਸਟ ਲੰਡਨ ਜਾਂ ਵੈਸਟ ਲੰਡਨ ਕਿਹਦੇ ਨੰਬਰ ਲੈਂਦੇ ਹੈਗੇ, ਪਰ ਜ਼ਰੂਰ ਪਾਇਆ ਕਰੋ। ਇੱਦਾਂ ਹੀ ਹੌਸਲਾ ਵਿਚਾਰ ਸਾਡਾ ਹੁੰਦਾ ਹੈਗਾ, ਇੱਦਾਂ ਹੀ ਸਾਡਾ ਦੇਖੀ ਰੇਡੀਓ ਸਟੇਸ਼ਨ ਚੱਲਣਾ ਹੈਗਾ, ਤਾਂ ਇੱਦਾਂ ਹੀ ਆਪਾਂ ਵਾਪਸ ਕਮਿਊਨਿਟੀ ਨੂੰ ਸੇਵਾ ਕਰ ਸਕਦੇ ਹਾਂ। ਥੈਂਕ ਯੂ ਗੁਰਪਾਲ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਅਤੇ ਥਰਸਡੇ ਮਿਲਦੇ ਆ ਗੁਰਪਾਲ ਸਿੰਘ ਉੱਪਲ, ਜਿਹੜੇ ਕਿ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇ ਕੇ ਗਏ ਹੈਗੇ ਆ। ਦੱਸ ਦਈਏ ਕਿ ਜਿਹੜਾ ਕੰਸਲਟੇਸ਼ਨ ਹੈਗਾ ਗੌਰਮੈਂਟ ਨੇ ਉਹਦੇ ਵਿੱਚ ਸਾਫ਼ ਲਿਖਿਆ ਹੈਗਾ ਕਿ ਵੀ ਵਿਲ ਨਾਓ ਸਟੋਪ ਦਿਸ ਰੂਟ ਫਰੋਮ ਬੀਇੰਗ ਅਬਿਊਜ਼ਡ, ਵੀ ਅਸੀਂ ਇਹਨੂੰ ਸਟੋਪ ਕਰ ਹੀ ਦੇਣਾ ਹੈਗਾ। ਪਰ ਲੇਕਿਨ ਇਹ ਕੰਸਲਟੇਸ਼ਨ ਚੱਲਦੀ ਹੈਗੀ ਆ, ਅਜੇ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ ਹੈਗਾ। ਅਤੇ ਤੁਸੀਂ ਉੱਥੇ ਕੰਸਲਟੇਸ਼ਨ ਇਸੇ ਕਰਕੇ ਹੁੰਦੀ ਆ ਕਿ ਤੁਸੀਂ ਆਪਣੇ ਵਿਊਜ਼ ਦੇ ਸਕੋ, ਤੁਸੀਂ ਆਪਣੇ ਜਿਹੜੇ ਤੁਹਾਡੇ ਪੋਲੀਟੀਕਲ ਰੈਪਰੈਜ਼ੈਂਟੇਟਿਵ ਹੈਗੇ, ਚਾਹੇ ਉਹ ਕਾਉਂਸਲਰ ਹੈਗਾ, ਚਾਹੇ ਉਹ MP ਹੈਗਾ, ਉਹਨੂੰ ਤੁਸੀਂ ਕਹਿ ਕੇ ਕਰ ਸਕਦੇ ਆ ਕਿ ਇਹਦੇ 'ਤੇ ਸਾਡੇ ਆਹ ਵਿਊ ਆ, ਜਾਂ ਤੁਸੀਂ ਆਪਣੇ ਉਹਦੇ 'ਤੇ ਵਿਊ ਦਿਓ, ਤਾਂ ਹੀ ਕੁਛ ਹੋਣਾ ਹੈਗਾ। ਸੋ ਇਹ ਜਿਹੜਾ ਸਟੇਟਲੈਸ ਦਾ ਕੇਸ ਆ, ਇਹਦੇ 'ਤੇ ਰੋਕ ਲਾ ਦੇਣੀ ਹੈਗੀ ਆ, ਪਰ ਬਾਕੀ ਦੇਖਦੇ ਹਾਂ ਫਿਰ ਕੀ ਹੁੰਦਾ।